ਇਹਨਾਂ ਨਾਲ ਮੇਰਾ ਕੋਈ ਮੁਕਾਬਲਾ ਨਹੀਂ। ਮੇਰੀ ਸੋਚ ਆ ਫਰੀਦਕੋਟ ਦੇ ਡਿਵੈਲਪਮੈਂਟ ਦੀ, ਇਹਨਾਂ ਦੀ ਸੋਚ ਆ ਕਿੱਕੀ ਦੇ ਪਜਾਮੇ ਨੂੰ ਹੱਥ ਪਾਉਣ ਦੀ। ਧੱਕੇਸ਼ਾਹੀ ਬੜੀ ਕਰੀ ਆ। ਛੋਟੀ ਉਮਰ ਸੀ ਉਦੋਂ ਹੋ ਸਕਦਾ ਹੈ, ਅਸੀਂ ਇੰਡੀਵਿਜੂਅਲ ਕੰਮ ਵੀ ਆਪਦੇ ਬੰਦਿਆਂ ਦੇ ਬਹੁਤ ਕੀਤੇ ਹੈ। ਇੱਕ ਮੌਕਾ ਕੇਜਰੀਵਾਲ ਨੂੰ, ਭਾਈ ਸਾਹਿਬ ਕੇਜਰੀਵਾਲ ਨੇ ਮੁੱਖ ਮੰਤਰੀ ਬਣਨਾ ਸਿੱਧਾ ਹੋ ਕੇ ਆਵੇ ਕੀ ਜੀ ਉਹਨਾਂ ਨੇ ਅਨਾਉਂਸ ਕਰ ਦੇਣਾ, ਹੁਣ ਮਰੇ ਅੱਖ ਚੱਪਣਗੇ। ਮੇਰੇ ਤਾਂ ਭਾਈ ਕੰਮ ਬੋਲਦੇ ਆ, ਮੈਂ ਤਾਂ ਆਪਦੇ ਕੰਮ ਕਰਨ ਦਾ ਸ਼ੌਕੀਨ। ਵਿਰੋਧੀ ਇਹ ਵੀ ਕਹਿੰਦੇ ਆ ਵੀ ਰੇਤੇ ਦੀਆਂ ਖੱਡਾਂ ਵੀ ਤੁਹਾਡੇ ਨਾਲ ਬੋਲਦੀਆਂ। ਮਨਪ੍ਰੀਤ ਨਾਲ ਨੇੜਤਾ ਸੀ, ਸੁਖਬੀਰ ਨਾਲ ਨਹੀਂ ਉਵੇਂ। ਮੇਰਾ ਬਾਦਲ ਸਾਹਿਬ ਨਾਲ ਬਹੁਤ ਪਿਆਰ ਸੀ। ਸੁਖਬੀਰ ਸਿੰਘ ਬਾਦਲ ਦੇ ਤਾਂ ਬਸ ਹੀ ਕੁਝ ਨਹੀਂ ਰਿਹਾ, ਸਾਰਾ ਕੁਝ ਬਿਕਰਮ ਸਿੰਘ ਮਜੀਠੀਆ ਨੇ ਹਾਈਜੈਕ ਕਰ ਲਿਆ। ਤੁਹਾਡੇ ਵਰਕਰ ਵੀ ਕਈ ਨਾਰਾਜ਼ ਨੇ ਵੀ ਕਿੱਕੀ ਢਿੱਲੋਂ ਦੇ 32 ਤੋਂ ਲੈ ਕੇ 35 ਪੀਏ ਨੇ ਜਿਹੜੇ ਗੱਲ ਹੀ ਨਹੀਂ ਸੁਣਦੇ। ਮੇਰੇ ਖਿਆਲ ਨਾਲ 36 ਹੋਣਗੇ। ਕਿੱਕੀ ਢਿੱਲੋਂ ਬੀਜੇਪੀ ਦੇ ਸੰਪਰਕ 'ਚ ਨੇ, ਜਾ ਵੀ ਸਕਦੇ ਨੇ। 700 ਕਰੋੜ ਰੁਪਏ ਦੇ ਕੰਮ ਫਰੀਦਕੋਟ ਹਲਕੇ ਵਿੱਚ ਕਰਾਤੇ ਤੇ ਕੋਈ ਮਾੜਾ ਕਰਤਾ, ਲੋਕਾਂ ਨੂੰ ਸੁੱਖ ਦੇਤਾ। ਵਿਸ਼ਵਾਸ ਰੱਖਿਓ ਮੈਂ ਵਿਕਾਸ ਕਰਾਂਗਾ। 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ, ਯੂਥ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਰਿਹਾ। ਕੀ ਕੀਤਾ ਇਹਨੇ ਫਰੀਦਕੋਟ ਸ਼ਹਿਰ ਵਾਸਤੇ? ਲੋਕ ਚਾਹੁੰਦੇ ਆ ਫਿਰ ਤੋਂ 5 ਸਾਲ ਦੇਣੇ। ਤੇ ਜਿਹੜੇ ਪਹਿਲਾਂ ਵਾਲੇ 4.5 ਸਾਲ ਸੀ ਉਹਦਾ ਜਵਾਬ ਕੌਣ ਦੂ? ਉਹਦਾ ਜਵਾਬ ਕਿੱਕੀ ਢਿੱਲੋਂ ਦੀ ਜਿਹੜੀ ਦਖਲਅੰਦਾਜ਼ੀ ਆ ਉਹ ਦੂਜੇ ਹਲਕਿਆਂ 'ਚ ਵੀ ਰਹੇ ਆ। ਮੁਹੰਮਦ ਸਦੀਕ ਨੇ ਇਲਜ਼ਾਮ ਲਾਏ ਆ ਤੁਹਾਡੀ ਆਪਦੀ ਪਾਰਟੀ ਦੇ ਨੇ। ਦੇਖੋ ਜ਼ਰੂਰ ਤੁਸੀਂ ਵੀ ਮਾਲ ਵਿੱਚ ਕੰਮ ਕਰਦੇ ਹੋ, ਲੱਗਦਾ ਤੁਹਾਨੂੰ ਵੀ ਜਿਵੇਂ ਨਵਜੋਤ ਸਿੰਘ ਸਿੱਧੂ ਕਹਿੰਦੇ ਵੀ 25-75 ਚੱਲਦਾ? ਮੈਂ ਨਹੀਂ ਸਮਝਦਾ ਚੱਲਦਾ। ਇਹ ਸਿੱਧੂ ਸਾਹਿਬ ਨੂੰ ਪੁੱਛੋ। ਪਹਿਲੇ 4.5 ਸਾਲ ਚੱਲਿਆ, ਬਿਲਕੁਲ ਚੱਲਿਆ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜਿੱਦਣ ਮੁੱਖ ਮੰਤਰੀ ਕੈਂਡੀਡੇਟ ਅਨਾਉਂਸ ਹੋ ਗਿਆ 10-10 ਹਜ਼ਾਰ ਵੋਟ ਵਾਜਾਂਗੇ। ਜਿੰਨੇ ਹੁਣ ਉਹਨਾਂ ਕੋਲ ਚਿਹਰੇ ਆ, ਉਹਨਾਂ 'ਚੋਂ ਕੋਈ ਅਨਾਉਂਸ ਕਰਨਾ ਤਾਂ ਘੱਟ ਭਾਵੇਂ ਜਾਵੇ, ਵੱਧ ਹੀ ਨਹੀਂ। ਭਗਵੰਤ ਸਿੰਘ ਮਾਨ ਕਿਸੇ ਬਾਰੇ ਪਰਸਨਲ ਨਹੀਂ, ਮੇਰਾ ਦੋਸਤ ਆ। ਵਿਰੋਧੀ ਤਾਂ ਇਹ ਵੀ ਕਹਿੰਦੇ ਆ ਵੀ ਕਿ ਕਿੱਕੀ ਢਿੱਲੋਂ ਨੇ ਆਪ ਦਾ ਵਿਕਾਸ ਵੀ ਬੜਾ ਕੀਤਾ ਹੈਗਾ। ਸਰਦਾਰ ਜੀ 600 ਤੋਂ ਉੱਪਰ ਫਰੀਦਕੋਟ ਸ਼ਹਿਰ ਦਾ ਬੱਚੇ ਨੂੰ ਨੌਕਰੀ ਦਿੱਤੀ ਹੈ। ਕੋਈ ਬੰਦਾ ਉਂਗਲ ਖੜੀ ਕਰਕੇ ਦੱਸੇ ਕਿ ਕਿਸੇ ਤੋਂ 1 ਰੁਪਏ ਦੇ ਰਵਾਦਾਰ ਹੋਈ, ਚਾਹ ਦੇ ਕੱਪ ਵੀ ਰਵਾਦਾਰ ਹੋਈ। ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਣਾ ਚਾਹੀਦਾ? ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਸੁਨੀਲ ਜਾਖੜ, ਕੌਣ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਆਰਐਮਬੀ ਟੈਲੀਵਿਜ਼ਨ। ਮੈਂ ਰਤਨਦੀਪ ਸਿੰਘ ਧਾਲੀਵਾਲ। ਪੰਜਾਬ ਦੀ ਜੇ ਅਸੀਂ ਸਿਆਸਤ ਦੀ ਗੱਲ ਕਰਦੇ ਹਾਂ, ਵਿਧਾਨ ਸਭਾ ਚੋਣਾਂ 2022 ਬੂਹੇ ਦੇ ਉੱਤੇ ਆ ਕੇ ਖੜੀਆਂ ਹੋ ਗਈਆਂ। ਪਰ ਜੇ ਅਸੀਂ ਲੋਕਾਂ ਦੇ ਮੂੰਹਾਂ ਕਣੀ ਝਾਕਦੇ ਹਾਂ, ਲੋਕਾਂ ਦੀਆਂ ਬੜੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਹਜੇ ਤੱਕ ਉਸ ਤਰ੍ਹਾਂ ਨਹੀਂ ਸਰਕਾਰਾਂ ਨੇ ਸੁਣੀਆਂ ਜਿਸ ਤਰ੍ਹਾਂ ਸੁਣਨੀਆਂ ਚਾਹੀਦੀਆਂ ਸੀ। ਵੱਖੋ ਵੱਖ ਜੇ ਅਸੀਂ ਪਲੇਟਫਾਰਮਸ ਦੀ ਗੱਲ ਕਰਦੇ ਹਾਂ, ਸੋਸ਼ਲ ਮੀਡੀਆ, ਪ੍ਰਿੰਟ ਮੀਡੀਆ ਦੇ ਉੱਤੇ ਸਰਵੇਖਣ ਚੱਲ ਰਹੇ ਨੇ, ਲੋਕ ਆਪਣੇ ਦੁੱਖੜੇ ਦੱਸ ਰਹੇ ਨੇ। ਪਰ ਜੇ ਅਸੀਂ ਵੱਡੇ ਚਿਹਰਿਆਂ ਦੀ ਗੱਲ ਕਰਦੇ ਹਾਂ, ਵੱਡੇ ਲੀਡਰਾਂ ਦੀ ਗੱਲ ਕਰਦੇ ਹਾਂ, ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ, ਕੀ ਉਹ ਉਹਨਾਂ ਚੁੱਲ੍ਹਿਆਂ ਤੱਕ, ਉਹਨਾਂ ਵਿਹੜਿਆਂ ਤੱਕ ਪਹੁੰਚੇ? ਬੜਾ ਕੁਛ ਆ। ਤੇ ਇਦਾਂ ਹੀ ਆ ਮਾਲਵੇ ਦੀ ਰਾਜਨੀਤੀ। ਤੇ ਮਾਲਵੇ ਦੇ ਵਿੱਚ ਜੇ ਅਸੀਂ ਗੱਲ ਕਰਦੇ ਹਾਂ ਫਰੀਦਕੋਟ ਸ਼ਹਿਰ ਦੀ, ਫਰੀਦਕੋਟ ਸ਼ਹਿਰ ਦੀ ਆਪਣੀ ਇੱਕ ਰਾਜਨੀਤੀ ਆ। ਦੋ ਵੱਡੇ ਚਿਹਰੇ ਨੇ, ਇੱਕ ਪਾਸੇ ਕਿੱਕੀ ਢਿੱਲੋਂ ਤੇ ਦੂਸਰੇ ਪਾਸੇ ਬੰਟੀ ਰਮਾਣਾ। ਫਸਵਾਂ ਮੁਕਾਬਲਾ ਹੁੰਦਾਗਾ ਇਹ ਵਾਰ। ਪਰ ਇਸ ਵਾਰ ਕੀ ਕਹਿੰਦੇ ਨੇ ਫਰੀਦਕੋਟ ਦੇ ਲੋਕ, ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਪਰ ਅਸਲ ਦੇ ਵਿੱਚ ਨਬਜ਼ ਫੜਨ ਦੀ ਕੋਸ਼ਿਸ਼ ਕਰਾਂਗੇ। ਕਾਂਗਰਸ ਦੇ ਲੀਡਰ ਕੁਸ਼ਲਦੀਪ ਸਿੰਘ ਢਿੱਲੋਂ ਯਾਨੀ ਕਿ ਕਿੱਕੀ ਢਿੱਲੋਂ ਦੀ ਅੱਜ ਸਾਡੇ ਨਾਲ ਹੋਣਗੇ। ਸਵਾਲ ਜਵਾਬ ਕਰਾਂਗੇ ਹਲਕੇ ਦੇ ਬਾਰੇ ਤੇ ਖਾਸ ਕਰਕੇ ਪੰਜਾਬ ਦੀ ਰਾਜਨੀਤੀ ਬਾਰੇ। ਕੁਸ਼ਲ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ ਧਾਲੀਵਾਲ ਸਾਹਿਬ, ਬਹੁਤ ਬਹੁਤ ਮਿਹਰਬਾਨੀ ਜੀ। ਕੁਸ਼ਲ ਜੀ ਸਭ ਤੋਂ ਪਹਿਲਾ ਸਵਾਲ ਤਾਂ ਇਹੀ ਆ, ਕੀ ਲੱਗਦਾ ਗਾ ਇਸ ਵਾਰ ਫਰੀਦਕੋਟ ਨੂੰ ਲੈ ਕੇ ਮੁਕਾਬਲਾ ਫਸਮਾ ਹੋਊਗਾ? ਮੁਕਾਬਲਾ ਸਿੱਧੀ ਟੱਕਰ ਅਕਾਲੀ ਦਲ ਬਾਦਲ ਦੇ ਨਾਲ ਆ ਕਿ ਆਮ ਆਦਮੀ ਪਾਰਟੀ ਦੇ ਨਾਲ? ਦੇਖੋ ਜੀ ਕਿ ਜਿੱਥੋਂ ਤੱਕ ਫਰੀਦਕੋਟ ਹਲਕੇ ਦੀ ਗੱਲ ਹੈ ਜੀ, ਫਰੀਦਕੋਟ ਹਲਕੇ ਵਿੱਚ ਮੈਂ ਜਿਹੜੇ ਵੋਟ ਮੰਗ ਰਿਹਾ ਜੀ, ਮੈਂ ਆਪਦੇ ਕੀਤੇ ਹੋਏ ਕੰਮਾਂ ਤੇ ਮੰਗ ਰਿਹਾ। ਮੈਂ ਕਹਾਂਗਾ ਕਿ ਮੈਨੂੰ 5 ਸਾਲ ਨਹੀਂ ਮਿਲੇ, ਮੈਨੂੰ ਸਿਰਫ 4 ਸਾਲ ਮਿਲੇ। ਕਿਉਂਕਿ 1 ਸਾਲ ਸਾਡਾ ਕਰੋਨਾ ਨੇ ਖਰਾਬ ਕਰ ਦਿੱਤਾ ਜੀ। ਸਾਰੇ ਵਿਕਾਸ ਦੇ ਕੰਮ ਆ ਉਹ ਠੱਪ ਰਹੇ, ਕੰਮ ਚੱਲੇ ਨਹੀਂ। 1 ਸਾਲ ਤੋਂ ਵੀ ਉੱਤੇ 1.25 ਸਾਲ ਦੇ ਨੇੜੇ ਤੇੜੇ ਕੰਮ ਨਹੀਂ ਚੱਲੇ। ਸਾਰੇ ਜਿਹੜੇ ਕੰਮ ਚੱਲ ਰਹੇ ਸੀ ਬੜੀ ਤੇਜ਼ੀ ਨਾਲ ਉਹ ਬੰਦ ਰਹੇ, ਫਿਰ ਦੁਬਾਰਾ ਤੋਂ ਹੁਣ ਉਹ ਬੜੀ ਤੇਜ਼ੀ ਨਾਲ ਚੱਲ ਰਹੇ ਆ, ਔਨਗੋਇੰਗ ਕੰਮ ਹੈ। ਸੋ ਮੈਂ ਤਾਂ ਫਰੀਦਕੋਟ ਦੀ ਸੰਗਤ ਨੂੰ ਇੱਕ ਗੱਲ ਕਹਿਣਾ ਜੀ ਕਿ ਭਾਈ ਮੈਂ ਨਹੀਂ ਬੋਲਣਾ, ਮੇਰੇ ਕੰਮ ਬੋਲ ਰਹੇ ਆ। ਮੇਰੇ ਕੀਤੇ ਹੋਏ ਕੰਮ ਦੇਖ ਲਓ। ਜੋ ਇੱਕ ਐਮਐਲਏ ਦਾ ਫਰਜ਼ ਹੁੰਦਾ
ਤੁਸੀਂ ਮੈਨੂੰ ਐਮਐਲਏ ਚੁਣਿਆ ਸੀ, ਮੈਂ ਐਮਐਲਏ ਰਿਹਾ 5 ਸਾਲ। ਜੋ ਇੱਕ ਐਮਐਲਏ ਦਾ ਫਰਜ਼ ਹੁੰਦਾ ਹੈ ਕਿ ਇਲਾਕੇ ਦਾ, ਹਲਕੇ ਦਾ ਵਿਕਾਸ ਕਰਾਵੇ, ਜਿਹੜੇ ਵੱਡੀਆਂ ਮੁਸ਼ਕਲਾਂ ਇਲਾਕੇ ਤੇ ਹਲਕੇ ਨੂੰ ਉਹਨਾਂ ਦਾ ਹੱਲ ਕਰਾ ਕੇ ਦੇਵੇ, ਜਿਹੜੇ ਹਰੇਕ ਚਾਹੇ ਗਰੀਬ ਬਸਤੀ ਹੈ ਤੇ ਚਾਹੇ ਵਧੀਆ ਕਾਲੋਨੀ ਹੈ ਜੀ, ਜਾਂ ਜਿਹੜਾ ਪਿੰਡ ਹੈ ਸਾਡਾ, ਜਿਹੜੇ ਉਹਦੇ ਮੁੱਢਲੀਆਂ ਸਹੂਲਤਾਂ ਹੈ, ਮੁੱਢਲੇ ਮਸਲੇ ਹੈ, ਕੀ ਉਹਨਾਂ ਦਾ ਮੈਂ ਹੱਲ ਕਰ ਸਕਿਆ ਕਿ ਨਹੀਂ ਕਰ ਸਕਿਆ। ਸੋ ਮੈਂ ਸਮਝਦਾ ਹਾਂ ਜਦੋਂ ਇਹ ਸਾਰਾ ਕੁਝ ਮੈਂ ਦੇਖਦਾ ਜੀ ਤੇ ਮੈਂ ਸੰਤੁਸ਼ਟ ਹਾਂ ਕਿ ਜਿੰਨਾ ਪੈਸਾ ਤੇ ਜਿੰਨੇ ਕੰਮ ਪਿਛਲੇ 4 ਸਾਲਾਂ 'ਚ ਹੋਏ ਆ, ਮੈਂ ਸਮਝਦਾ ਪਿਛਲੇ 20-25 ਸਾਲਾਂ 'ਚ ਨਹੀਂ ਹੋਏ। ਪਰ ਕੀ ਜੀ ਜਿਹੜੇ ਵਿਰੋਧੀ ਨੇ ਉਹ ਕਹਿੰਦੇ ਆ ਵੀ ਕਾਂਗਰਸ ਦੇ ਕੰਮ ਨਹੀਂ ਦੇਖਣੇ, ਕਿ ਢਿੱਲੋਂ ਦੀ ਧੱਕੇਸ਼ਾਹੀ ਦੇਖਣੀ ਆ, ਲੋਕਾਂ ਨੇ ਵੀ ਧੱਕੇਸ਼ਾਹੀ ਬੜੀ ਕਰੀ ਆ। ਦੇਖੋ, ਮੈਂ ਇੱਕ ਬੇਨਤੀ ਕਰਨਾ ਚਾਹੁੰਦਾ, ਕਿੱਕੀ ਢਿੱਲੋਂ ਤੇ ਕਿੱਕੀ ਢਿੱਲੋਂ ਦੇ ਪਰਿਵਾਰ ਨੂੰ ਫਰੀਦਕੋਟ ਇਲਾਕੇ ਦੇ ਲੋਕ, ਫਰੀਦਕੋਟ ਜ਼ਿਲ੍ਹੇ ਦੇ ਲੋਕ, ਪੰਜਾਬ ਦੇ ਲੋਕ ਬਹੁਤ ਸਦੀਆਂ ਤੋਂ ਜਾਣਦੇ ਆ ਜੀ। ਸਾਡੀ ਪਰਿਵਾਰ ਦੀ ਸੋਚ ਨੂੰ ਵੀ ਜਾਣਦੇ ਆ ਕਿ ਅਸੀਂ ਕਿੰਨਾ ਕੁ ਧੱਕਾ ਕਰਨ ਵਾਲੇ ਆ। ਸੋ ਮੇਰੀ ਇੱਕ ਬੇਨਤੀ ਹੈ, ਕੋਈ ਵਿਰੋਧੀ ਕਹਿ ਦੇ ਕਿ ਮੈਂ ਕਿਸੇ ਨੂੰ ਤੰਗ ਕੀਤਾ ਹੋਵੇ, ਕੋਈ ਵਿਰੋਧੀ ਕਹਿ ਦੇ ਕਿ ਮੈਂ ਕਿਸੇ ਨੂੰ ਖਰਾਬ ਕੀਤਾ ਹੋਵੇ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ, ਪਹਿਲਾਂ ਜਦੋਂ ਕਿਤੇ ਛੋਟੀ ਉਮਰ ਸੀ ਉਦੋਂ ਹੋ ਸਕਦਾ ਹੈ ਕਿਤੇ ਕਿਸੇ ਵਿਰੋਧੀ ਤੇ ਮਾੜਾ ਮੋਟਾ, ਉਹ ਵੀ ਕੋਈ ਜਾਇਜ਼ ਗੱਲ 'ਚ ਕਿਤੇ, ਜੇ ਕਿਤੇ ਸਾਡੇ ਬੰਦੇ ਨਾਲ ਕਿਸੇ ਦਾ ਟਕਰਾਅ ਹੋਵੇ ਤੇ ਮੈਂ ਆਪਦੇ ਬੰਦੇ ਦੀ ਠੋਕ ਕੇ ਮਦਦ ਕਰ ਦਿੱਤੀ ਹੋਵੇ। ਪਰ ਐਤਕੀ ਤਾਂ ਸਗੋਂ ਜਿੰਨੇ ਮੇਰੇ ਸਾਥੀ ਹੈ ਉਹਨਾਂ ਦਾ ਮੇਰੇ ਤੇ ਗਿਲਾ ਰਿਹਾ ਕਿ ਯਾਰ ਤੂੰ ਤਾਂ ਜਮਾਂ ਹੀ ਠੰਡਾ ਹੋ ਗਿਆ, ਤੂੰ ਤਾਂ ਜੇ ਕੋਈ ਵਿਰੋਧੀ ਧੱਕਾ ਵੀ ਕਰਦਾ ਸਗੋਂ ਸਾਡੇ ਬੰਦਿਆਂ ਨਾਲ, ਤੂੰ ਕਹਿ ਦੇਣਾ ਚਲੋ ਛੱਡੋ ਯਾਰ ਕੋਈ ਨਹੀਂ, ਸਮਝਾ ਦਿੰਦੇ ਆ। ਸੋ ਮੈਂ ਸਮਝਦਾ ਕਿ ਜਿਹੜਾ ਇਹ ਇਲਜ਼ਾਮ ਹੈ, ਇਹ ਫਰੀਦਕੋਟ ਦੇ ਲੋਕ, ਇਲਾਕੇ ਦੇ ਲੋਕ, ਤੇ ਇੱਥੋਂ ਤੱਕ ਜਿਹੜੇ ਵਿਰੋਧੀਆਂ ਦੇ ਵਰਕਰ ਵੀ ਹੈ ਉਹਨਾਂ ਨੂੰ ਵੀ ਪੁੱਛ ਲਓ। ਇਹ ਤਾਂ ਨਹੀਂ ਵੀ ਕਿ ਢਿੱਲੋਂ ਦੇ ਦੋ ਚਿਹਰੇ ਆ, ਕੈਮਰੇ ਦੇ ਸਾਹਮਣੇ ਹੋਰ ਤੇ ਪਿੱਛੇ ਹੋਰ। ਦੇਖੋ, ਮੈਨੂੰ ਬੜਾ ਕੈਮਰੇ ਤੇ ਆਉਣ ਦਾ ਸ਼ੌਕ ਨਹੀਂ ਹੈ ਜੀ, ਤੁਸੀਂ ਹੁਕਮ ਕੀਤਾ ਆ ਗਏ, ਮੈਂ ਆ ਗਿਆ ਜੀ, ਕਿਉਂਕਿ ਜਿਹੜੇ ਮੇਰੇ ਵਿਰੋਧੀ ਹੈ ਉਹ ਜਿਉਂਦੇ ਹੀ ਕੈਮਰਿਆਂ ਦੇ ਉੱਤੇ ਹੈ ਤੇ ਮੈਨੂੰ ਬੜਾ ਕੈਮਰਾ ਦਾ ਸ਼ੌਕ ਨਹੀਂ। ਮੈਂ ਆਪਦੇ ਕੰਮਾਂ ਤੇ ਜਾਣਾ, ਮੈਨੂੰ ਸ਼ੌਕ ਹੈ ਲੋਕਾਂ ਦੇ ਕੰਮ ਕਰਨ ਦਾ, ਮੈਨੂੰ ਸ਼ੌਕ ਹੈ ਲੋਕਾਂ ਦਾ ਵਿਕਾਸ ਕਰਨ ਦਾ। ਸੋ ਮੈਂ ਤਾਂ ਜਿਹੜਾ ਜਾਉਂਦਾ ਹਾਂ ਸਿਆਸਤ ਵਿੱਚ, ਜਿਹੜੀ ਮੇਰਾ ਸਿਆਸਤ ਵਿੱਚ ਥਾਂ ਹੈ, ਉਹ ਕੰਮ ਕਰਕੇ ਤੇ ਲੋਕਾਂ ਵਿੱਚ ਵਿਚਰ ਕੇ। ਜਿਹੜੇ ਮੇਰੇ ਵਿਰੋਧੀ ਸਾਥੀ ਹੈ ਉਹਨਾਂ ਦਾ ਸਿਆਸਤ ਵਿੱਚ ਥਾਂ ਹੈ ਕਿੱਕੀ ਨੂੰ ਨਿੰਦ ਕੇ, ਕਿੱਕੀ ਨੂੰ ਮਾੜਾ ਬੋਲ ਕੇ ਕੰਮ ਕੋਈ ਨਹੀਂ ਕਰਨਾ, ਨਾ ਅੱਜ ਤੱਕ ਕੀਤਾ ਨਾ ਕਰਨਾ, ਤੇ ਸਿਰਫ ਕਿੱਕੀ ਬਾਰੇ ਉਲਟ ਬੋਲ ਕੇ ਉਹ ਆਪਦੀ ਮਾਈਲੇਜ ਗੇਨ ਕਰਨ ਦੀ ਕੋਸ਼ਿਸ਼ ਕਰਦੇ ਆ। ਮੇਰਾ ਇਹ ਹੈ ਕਿ ਮੈਂ ਪੋਜ਼ਿਟਿਵ ਸੋਚ ਦਾ ਬੰਦਾ ਜੀ। ਮੈਂ ਸਿਰਫ, ਮੇਰਾ ਉਹਨਾਂ ਨਾਲ ਕੋਈ ਮੁਕਾਬਲਾ ਨਹੀਂ, ਮੇਰਾ ਤਾਂ ਮੁਕਾਬਲਾ ਹੈ ਕਿ ਮੈਂ ਇੱਕ, ਮੇਰੇ ਮਨ 'ਚ ਵਿਜ਼ਨ ਹੈ ਫਰੀਦਕੋਟ ਵਾਸਤੇ ਤੇ ਫਰੀਦਕੋਟ ਦੇ ਲੋਕਾਂ ਵਾਸਤੇ। ਉਹ ਵਿਜ਼ਨ ਮੈਂ ਕਿੰਨਾ ਪੂਰਾ ਕਰ ਚੁੱਕਿਆ ਤੇ ਕਿੰਨਾ ਮੇਰਾ ਰਹਿ ਗਿਆ। ਜਿਹੜੇ ਮੇਰੇ ਦਿਲ ਦੀਆਂ ਤਮੰਨਾ ਕਿ ਮੇਰਾ ਸ਼ਹਿਰ, ਮੇਰਾ ਇਲਾਕਾ, ਮੇਰੇ ਪਿੰਡ ਇਹੋ ਜਿਹੇ ਹੋਣ, ਉਹ ਮੈਂ 70% ਪੂਰਾ ਕਰ ਚੁੱਕਿਆ ਇਹਨਾਂ 4 ਸਾਲਾਂ 'ਚ, ਤੇ 30% ਰਹਿੰਦਾ। ਪਰਮਾਤਮਾ ਨੇ ਫਿਰ ਮੌਕਾ ਦਿੱਤਾ, ਲੋਕਾਂ ਨੇ ਮੌਕਾ ਦਿੱਤਾ, ਉਹ ਵੀ ਪੂਰਾ ਕਰਾਂਗਾ। ਮੈਂ ਤਾਂ ਕੰਮ ਕਰਕੇ ਦਿਖਾਏ ਆ। ਮੈਂ ਕਿਸੇ ਬਾਰੇ ਨਾ ਕੋਈ ਕਦੀ ਉਲਟ ਬੋਲਦਾ ਤੇ ਨਾ ਕਿਸੇ ਦਾ ਮੈਂ ਨਾਂ ਲੈਣਾ। ਸੋ ਉਹਨਾਂ ਬੰਦਿਆਂ ਨੂੰ ਦੀ ਰਾਜਨੀਤੀ ਸਾਰੀ ਮੇਰੇ ਉਲਟ ਬੋਲ ਕੇ ਹੈ, ਮੇਰੀ ਰਾਜਨੀਤੀ ਆਪਦੇ ਕੰਮ ਕਰਕੇ ਤੇ ਹਲਕੇ ਦਾ ਵਿਕਾਸ ਕਰਕੇ। ਸੋ ਸਾਡੀ ਸੋਚ ਵਿੱਚ ਬਹੁਤ ਅੰਤਰ ਹੈ। ਦੂਜੀ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਉਹਨਾਂ ਦੀ ਸਾਰੀ ਸਿਆਸਤ ਹੈ ਕੈਮਰਿਆਂ ਤੇ। ਪ੍ਰੈਸ ਕਾਨਫਰੰਸ ਕਰ ਲਈ, ਇੰਟਰਵਿਊ ਦੇਤੀ, ਕਿੱਕੀ ਨੂੰ ਮਾੜਾ ਬੋਲਤਾ, ਭਾਈ ਮੇਰੇ ਤਾਂ ਕੰਮ ਬੋਲਦੇ ਆ। ਇੱਕ ਇੱਕ ਇੱਟ, ਇੱਕ ਇੱਕ ਲੌਕ ਟਾਈਲ, ਇੱਕ ਇੱਕ ਸੀਵਰੇਜ ਦੀ ਪਾਈਪ, ਇੱਕ ਇੱਕ ਮੇਰੇ ਹਲਕੇ ਦੇ ਪਾਰਕ, ਗਰੀਬ ਬਸਤੀਆਂ 'ਚ ਜਿਹੜੇ ਬਹੁਤ ਦੇਰ ਦੇ ਗਰੀਬਾਂ ਨੂੰ ਮਾਲਕੀ ਹੱਕ ਮਿਲਣ ਵਾਲੇ ਸੀ, ਉਹ ਵਿਚਾਰੇ ਉਹਨਾਂ ਨੇ ਆਪਦੇ ਘਰ ਬਣਾ ਲਏ ਸੀ 30 40 ਸਾਲਾਂ ਤੋਂ, ਤੇ ਉਹ ਮਾਲਕ ਨਹੀਂ ਸੀ ਉਹਨਾਂ ਮਤਲਬ ਘਰਾਂ ਦੇ, ਉਹਨਾਂ ਨੂੰ ਹੱਕ ਦੇ ਕੇ, ਬਿਜਲੀ ਦੇ ਬਿੱਲ ਘਟਾ ਕੇ। ਸੋ ਮੇਰੇ ਤਾਂ ਭਾਈ ਕੰਮ ਬੋਲਦੇ ਆ, ਮੈਂ ਤਾਂ ਆਪਦੇ ਕੰਮ ਕਰਨ ਦਾ ਸ਼ੌਕੀਨ ਹਾਂ। ਕਿ ਕੀ ਤੁਸੀਂ ਕਹਿ ਰਹੇ ਹੋ ਕੰਮ ਬੋਲਦੇ, ਵਿਰੋਧੀ ਇਹ ਵੀ ਕਹਿੰਦੇ ਆ ਵੀ ਰੇਤੇ ਦੀਆਂ ਖੱਡਾਂ ਵੀ ਤੁਹਾਡੇ ਨਾਂ ਬੋਲਦੀਆਂ। ਦੇਖੋ, ਮੇਰੀ ਇੱਕ ਬੇਨਤੀ ਹੈ ਕਿ ਜਿਹੜੇ ਬੰਦੇ ਨੇ ਆਪ ਗਲਤ ਮਲਤ ਕੰਮ ਕੀਤੇ ਹੋਣ ਨਾ, ਉਹਨੂੰ ਇਹ ਲੱਗਦਾ ਕਿ ਹਰੇਕ ਬੰਦਾ ਇਸੇ ਕੰਮ ਹੀ ਕਰਦਾ। ਸੋ ਮੇਰੀ ਇੱਕ ਬੇਨਤੀ ਹੈ ਕਿ ਮੈਂ 5 ਸਾਲ ਗੁਜ਼ਰ ਗਏ ਜੀ, ਕੋਈ ਬੰਦਾ ਸਾਬਤ ਕਰ ਦੇ ਕਿ ਕਦੀ ਇੱਕ ਵੀ ਨਜਾਇਜ਼ ਖੱਡ ਕਿਤੇ ਚੱਲੀ ਹੋਵੇ।
ਮੇਰੇ ਹਲਕੇ ਵਿੱਚ, ਮੇਰੇ ਇਲਾਕੇ ਵਿੱਚ ਕਦੀ ਵੀ ਇੱਕ ਵੀ ਨਜਾਇਜ਼ ਖੱਡ ਨਹੀਂ ਚੱਲਣ ਦਿੱਤੀ। ਮੈਂ ਆਪਦੇ ਸਾਥੀਆਂ ਨੂੰ, ਯਾਰਾਂ ਦੋਸਤਾਂ ਨੂੰ, ਸਾਰਿਆਂ ਨੂੰ ਬੇਨਤੀ ਕੀਤੀ ਕਿ ਜੇ ਇੱਕ ਨਜਾਇਜ਼ ਚੱਲੂਗੀ ਮੈਂ ਕਿਸੇ ਨੂੰ ਰੋਕ ਨਹੀਂ ਸਕਾਂਗਾ। ਅਸੀਂ ਇੱਕ ਵੀ ਨਜਾਇਜ਼ ਨਹੀਂ ਚੱਲਣ ਦਿੱਤੀ। ਜੇ ਕੋਈ ਔਕਸ਼ਨ ਕਿਸੇ ਦੀ ਖੱਡ ਸੀਗੀ ਜੀ, ਕਿਸੇ ਬੰਦੇ ਦੀ, ਠੀਕ ਹੈ, ਔਕਸ਼ਨ ਖੱਡ ਸੀਗੀ, ਸਰਕਾਰ ਵੱਲੋਂ ਲਿਜਿਟਮੇਟ ਖੱਡ ਸੀਗੀ, ਜਿੰਨੀ ਦੇਰ ਉਹਦਾ ਟਾਈਮਿੰਗ ਸੀ ਉਨੀ ਦੇਰ ਉਹ ਚੱਲੀ, ਜਿਹੜੇ ਸਰਕਾਰ ਨੂੰ ਟੈਕਸ ਦਿੰਦੇ ਇਹ ਵੀ ਕਹਿੰਦੇ ਆ ਵੀ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਲੀਡਰ ਦੇ ਨਾਲ ਤੁਸੀਂ ਮਿਲ ਕੇ ਚਲਾਉਂਦੇ ਰਹੇ ਹੋ ਖੱਡ। ਮੈਨੂੰ ਤਾਂ ਪਤਾ ਨਹੀਂ ਕਿਹੜਾ ਆਮ ਆਦਮੀ ਦਾ, ਮੇਰਾ ਤਾਂ ਸਾਰਿਆਂ ਨਾਲ ਹੀ ਪਿਆਰ ਹੈ। ਮੈਂ ਤਾਂ ਕਦੀ ਕੋਈ ਆਮ ਆਦਮੀ ਵਾਲਾ ਮੇਰੇ ਕੋਲ ਆ ਗਿਆ ਕੰਮੋਂ ਨਹੀਂ ਮੋੜਿਆ, ਕੋਈ ਅਕਾਲੀ ਦਲ ਵਾਲਾ ਆ ਗਿਆ ਮੇਰੇ ਕੋਲ, ਮੈਂ ਕੰਮ ਤੋਂ ਨਹੀਂ ਮੋੜਿਆ। ਭਾਈ ਸਾਹਿਬ ਮੈਨੂੰ ਕਿਸੇ ਨੇ ਅਪਰੋਚ ਕਰ ਲਈ ਕਿ ਯਾਰ ਮੇਰੀ ਆ ਮੁਸ਼ਕਲ ਹੈ ਤੇ ਮੇਰੇ ਮਦਦ ਕਰ, ਤੇ ਮੈਂ ਤਾਂ ਨਾ ਕੋਈ ਅਕਾਲੀ ਦਲ ਵਾਲਾ ਕਦੀ ਮੋੜਿਆ, ਨਾ ਕੋਈ ਆਮ ਆਦਮੀ ਵਾਲਾ ਮੋੜਿਆ। ਆਪਦੇ ਬੰਦੇ ਤਾਂ ਮੈਂ ਮੋੜਨੀ ਕੀ ਹੈ। ਸੋ ਮੈਂ ਤਾਂ ਸਭ ਦਾ ਕੀਤਾ, ਸਭ ਦਾ ਇਹ ਫਰੀਦਕੋਟ ਹੈ, ਮੇਰਾ ਇਕੱਲੇ ਦਾ ਫਰੀਦਕੋਟ ਨਹੀਂ ਜੀ, ਤੇ ਸਭ ਦਾ ਹੀ ਵਿਕਾਸ ਕੀਤਾ ਜੀ। ਜਿਹੜੇ ਮੈਂ ਕੰਮ ਕੀਤੇ ਹੈ ਉਹ ਹਰੇਕ ਫਰੀਦਕੋਟ ਇਲਾਕੇ ਦਾ ਜਿਹੜਾ ਬੰਦਾ ਹੈ, ਜੇ ਸੀਵਰੇਜ ਪਾਇਆ ਤੇ ਸਾਰੇ ਸ਼ਹਿਰ ਦੇ ਸੁੱਖ ਵਾਸਤੇ ਪਾਇਆ ਜੀ, ਜੇ ਵਾਟਰ ਵਰਕਸ ਪੀਣ ਵਾਲੇ ਪਾਣੀ ਦਾ ਕੀਤਾ, ਸਾਰੇ ਸ਼ਹਿਰ ਦੇ ਸੁੱਖ ਵਾਸਤੇ ਕੀਤਾ। ਜੇ ਇੰਨੀ ਦੇਰ ਤੋਂ ਮੰਗ ਸੀ ਕਿ ਸਾਨੂੰ ਸ਼ਹਿਰ ਵਾਸਤੇ ਪੀਣ ਵਾਲਾ ਪਾਣੀ ਚਾਹੀਦਾ ਰਾਜਾ ਮਾਈਨਰ ਦਾ, ਉਹ ਲਿਆ ਕੇ ਦਿੱਤਾ ਤੇ ਸਾਰੇ ਫਰੀਦਕੋਟ ਸ਼ਹਿਰ ਦੇ ਬੱਚੇ ਦੇ ਮੂੰਹ ਚੋਂ ਪਾਣੀ ਜਾਣਾ। ਕਿ ਜੇ ਪਹਿਲਾਂ ਵਾਲੀ ਗੱਲ ਕਰਦੇ ਆ, ਤੁਸੀਂ ਅਕਾਲੀ ਦਲ 'ਚ ਰਹੇ ਹੋ, ਫਿਰ ਤੁਸੀਂ ਮਨਪ੍ਰੀਤ ਬਾਦਲ ਜੀ ਨਾਲ ਆਏ, ਉਹਨਾਂ ਦੀ ਨਵੀਂ ਪਾਰਟੀ, ਫਿਰ ਹੁਣ ਤੁਸੀਂ ਕਾਂਗਰਸ ਦੇ ਵਿੱਚ। ਜੇ ਪਿਛਲੇ ਦਿਨਾਂ ਦੀ ਗੱਲ ਕਰਦੇ ਆ ਤਾਂ ਇੱਕ ਹਵਾ ਚਰਚਾ ਇਹ ਵੀ ਚੱਲ ਪਈ ਸੀ ਵੀ ਕਿੱਕੀ ਢਿੱਲੋਂ ਬੀਜੇਪੀ ਦੇ ਸੰਪਰਕ 'ਚ ਨੇ, ਜਾ ਵੀ ਸਕਦੇ ਨੇ, ਪਰ ਤੋਲ ਠੀਕ ਨਹੀਂ ਬੈਠਿਆ, ਤਾਂ ਕਰਕੇ ਜਵਾਬ ਦਿੱਤਾ। ਮੈਂ ਇੱਕ ਗੱਲ ਦੱਸਾਂ ਤੁਹਾਨੂੰ ਜੀ, ਦੇਖੋ ਸਿਰਫ ਤੇ ਸਿਰਫ ਇੱਕ ਚੇਂਜ ਆਈ ਹੈ ਜੀ, ਸਾਡਾ ਪਰਿਵਾਰ ਪਿਛੋਕੜ ਅਕਾਲੀ ਪਰਿਵਾਰ ਸੀ ਜੀ, ਬਹੁਤ ਮਿਹਨਤ ਕੀਤੀ ਸਾਡੇ ਪਰਿਵਾਰ ਨੇ ਅਕਾਲੀ ਦਲ ਵਿੱਚ। ਜੀ, ਮੈਂ ਸਮਝਦਾ ਪਾਰਟੀ ਦੇ ਪੁਰਾਣੇ ਲੀਡਰ ਸਾਡੇ ਪਰਿਵਾਰ ਨੂੰ ਤੇ ਸਾਡੇ ਪਰਿਵਾਰ ਦੀ ਅਕਾਲੀ ਦਲ ਪ੍ਰਤੀ ਦੇਣ ਨੂੰ ਸਾਰੇ ਜਾਣਦੇ ਆ। ਜੀ, ਜਦੋਂ ਬਾਦਲ ਸਾਹਿਬ ਦੀ ਗੱਲ ਘਟ ਗਈ, ਬਾਦਲ ਸਾਹਿਬ ਤੱਕ ਮੇਰਾ ਬਹੁਤ ਪਿਆਰ ਰਿਹਾ, ਬਹੁਤ ਮਿਹਨਤ ਕੀਤੀ, ਬਾਦਲ ਸਾਹਿਬ ਜਾਣਦੇ ਆ ਵੱਡੇ। ਜਦੋਂ ਬਾਦਲ ਸਾਹਿਬ ਦੀ ਗੱਲ ਘਟ ਗਈ, ਇੱਕ ਸ਼੍ਰੋਮਣੀ ਅਕਾਲੀ ਦਲ ਜਿਹੜਾ ਇੱਕ ਇਤਿਹਾਸਕ ਗੌਰਵਮਈ ਇਤਿਹਾਸ ਵਾਲਾ ਪਾਰਟੀ ਸੀ, ਉਹ ਇੱਕ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਗਈ। ਸੁਖਬੀਰ ਸਿੰਘ ਬਾਦਲ ਉਹਦੇ CEO ਬਣ ਗਏ, ਤੇ ਨਾਲ ਬੀਬਾ ਹਰਸਿਮਰਤ ਜੀ ਤੇ ਬਿਕਰਮ ਜੀ ਨਾਲ ਡਾਇਰੈਕਟਰ ਬਣ ਗਏ, ਤੇ ਬਾਕੀ ਇੱਕ ਟੋਲੀ ਬੰਦਿਆਂ ਦੀ ਉਹਨਾਂ ਦੇ ਗਾਂ ਕਰਿੰਦੇ ਬਣ ਗਏ। ਭਾਈ ਉਦੋਂ ਸਾਡਾ ਉਸ ਅਕਾਲੀ ਦਲ ਵਿੱਚ ਫਿਰ ਸਾਹ ਘੁੱਟਣ ਲੱਗ ਪਿਆ। ਬੜੇ ਲੋਕ ਇਹ ਵੀ ਕਹਿੰਦੇ ਨੇ ਵੀ ਮਨਪ੍ਰੀਤ ਬਾਦਲ ਨਾਲ ਨੇੜਤਾ ਅਕਾਲੀ ਦਲ ਤੋਂ ਦੂਰ ਹੋਣ ਦਾ ਕਾਰਨ ਬਣੀ ਤੁਹਾਡੀ। ਮਨਪ੍ਰੀਤ ਨਾਲ ਨੇੜਤਾ ਸੀ, ਸੁਖਬੀਰ ਨਾਲ ਨਹੀਂ ਉਵੇਂ। ਦੇਖੋ ਮਨਪ੍ਰੀਤ ਨਾਲ ਮੇਰੀ ਸੋਚ ਰਲਦੀ ਸੀ, ਨੇੜਤਾ ਸੁਖਬੀਰ ਨਾਲ ਵੀ ਬਹੁਤ ਸੀ। ਮੈਂ ਦੇਖੋ ਜ਼ਿੰਦਗੀ ਵਿੱਚ ਕਦੀ ਮੈਂ ਐਵੇਂ ਗਲਤ ਗੱਲ ਨਹੀਂ ਕਰਦਾ ਜੀ। ਜਦੋਂ ਕਿਸੇ ਨੂੰ ਪਾਸੇ ਹੋ ਜਾਓ ਤੇ ਕਿਸੇ ਦੀ ਪਰਸਨਲ ਗੱਲ ਐਵੇਂ ਬਦਖੋਈ ਨਹੀਂ ਕਰਨੀ ਚਾਹੀਦੀ ਜੀ। ਦੇਖੋ ਮੇਰਾ ਪਰਿਵਾਰ ਨਾਲ, ਮੇਰਾ ਬਾਦਲ ਸਾਹਿਬ ਨਾਲ ਬਹੁਤ ਪਿਆਰ ਸੀ ਜੀ। ਸੁਖਬੀਰ ਸਿੰਘ ਹੋਰਾਂ ਨਾਲ ਵੀ ਅੱਛਾ, ਬਹੁਤ ਅੱਛੇ ਸੰਬੰਧ ਸੀ, ਮਨਪ੍ਰੀਤ ਨਾਲ ਬਹੁਤ ਅੱਛੇ ਸੰਬੰਧ। ਪਰ ਸੁਖਬੀਰ ਸਿੰਘ ਬਾਦਲ ਦੇ ਤਾਂ ਵਾਸੀ ਕੁਝ ਨਹੀਂ ਰਿਹਾ, ਸਾਰਾ ਕੁਝ ਬਿਕਰਮ ਸਿੰਘ ਮਜੀਠੀਆ ਨੇ ਹਾਈਜੈਕ ਕਰ ਲਿਆ। ਸੁਖਬੀਰ ਸਿੰਘ ਬਾਦਲ ਦਾ ਵਿਚਾਰੇ ਇਕੱਲੇ ਮੋਹਰ ਹੀ ਸੀ, ਸਭ ਬਿਕਰਮ ਸਿੰਘ ਜਿਹੜੇ ਮਜੀਠੀਆ ਦੇ ਚੇਲੇ ਆ ਉਹਨਾਂ ਨੇ ਅਕਾਲੀ ਦਲ ਤੇ ਕਬਜ਼ਾ ਕਰ ਲਿਆ। ਭਾਈ ਫਿਰ ਸਾਨੂੰ ਇਹ ਸੀ ਕਿ ਸਾਡੇ ਵਾਸਤੇ ਹੁਣ ਇਸ ਅਕਾਲੀ ਦਲ 'ਚ ਥਾਂ ਕੋਈ ਨਹੀਂ, ਕਿਉਂਕਿ ਉੱਥੇ ਸਹੀ ਗੱਲ, ਸੱਚੀ ਗੱਲ ਕਹਿਣ ਦਾ ਥਾਂ ਕੋਈ ਨਹੀਂ ਸੀ। ਗੁੱਸਾ ਮੰਨਦੇ ਸੀ ਕਿ ਕਿਉਂ ਸਹੀ ਗੱਲ ਕਹਿੰਦੇ ਆ। ਫਿਰ ਇਸ ਕਰਕੇ ਛੱਡਤਾ, ਮੈਂ ਤੇ ਮਨਪ੍ਰੀਤ ਨੇ PPP ਬਣਾ ਲਈ। ਫਿਰ ਅਸੀਂ ਕਾਂਗਰਸ 'ਚ ਆ ਗਏ, ਤੇ ਕਾਂਗਰਸ 'ਚ ਆਏ ਆ ਤਕੜੇ ਹੋ ਕੇ। ਕਾਂਗਰਸ 'ਚ ਲੋਕਾਂ ਦੀ ਸੇਵਾ ਕੀਤੀ ਹੈ, ਕੰਮ ਕੀਤੇ ਹੈ, MLA ਲੋਕਾਂ ਨੇ ਬਣਾਇਆ। ਭਾਈ MLA ਦਾ ਫਰਜ਼ ਹੈ ਡਟ ਕੇ ਕੰਮ ਕਰਨਾ ਇਲਾਕੇ ਦੇ, ਹਲਕੇ ਦੇ, ਤੇ ਡਟ ਕੇ ਕੰਮ ਕੀਤੇ। ਬੀਜੇਪੀ ਨਾਲ ਸੰਪਰਕ ਸੀਗੇ? ਮੈਨੂੰ ਤਾਂ ਨਾ ਕਿਸੇ ਨੇ ਸੰਪਰਕ ਕੀਤਾ ਤੇ ਨਾ ਮੈਂ ਤਾਂ ਕਾਹਦਾ ਕਰਨਾ ਸੀ। ਦੇਖੋ ਇਹ ਵਿਰੋਧੀਆਂ ਦਾ ਪ੍ਰਚਾਰ ਹੁੰਦਾ। ਮੈਂ ਤੁਹਾਨੂੰ ਇਹ ਦੱਸਿਆ ਕਿ ਮੇਰੀ ਬਹੁਤ ਆਦਤ ਹੈ, ਮੈਂ ਬੜਾ ਕੈਮਰਿਆਂ ਤੇ ਬੜੀਆਂ ਗੱਲਾਂ ਕਰਕੇ ਖੁਸ਼ ਨਹੀਂ, ਤੇ ਨਾ ਮੈਂ ਸਫਾਈਆਂ ਦੇ ਕੇ ਖੁਸ਼ ਹਾਂ। ਤੁਸੀਂ ਕਹਿ ਰਹੇ ਹੋ ਵੀ ਸੁਖਬੀਰ ਸਿੰਘ ਬਾਦਲ ਨੂੰ ਆਲੇ ਦੁਆਲੇ ਵਾਲਿਆਂ ਨੇ ਖਰਾਬ ਕਰਤਾ, ਚੇਲੇ ਵਾਲੇ ਜ਼ਿਆਦਾ ਗਏ। ਲੋਕ ਇੱਥੋਂ ਤੱਕ ਵੀ ਕਹਿੰਦੇ ਨੇ, ਤੁਹਾਡੇ ਵਰਕਰ ਵੀ ਕਈ ਨਾਰਾਜ਼ ਨੇ ਵੀ ਕਿੱਕੀ ਢਿੱਲੋਂ ਦੇ 32 ਤੋਂ ਲੈ ਕੇ 35 PA ਨੇ ਜਿਹੜੇ ਗੱਲ ਹੀ ਨਹੀਂ ਸੁਣਦੇ। 35 PA ਹੈਗੇ ਨੇ? ਮੇਰੇ ਖਿਆਲ ਨਾਲ 36 ਹੋਣਗੇ। ਮੈਂ ਦੇਖੋ ਇਹਨਾਂ ਗੱਲਾਂ 'ਚ ਕੋਈ ਲਾਭ ਨਹੀਂ ਹੈ। ਦੇਖੋ ਅਸੀਂ ਜਿੰਨਾ ਕੰਮ ਕੀਤਾ ਜੀ,
ਉਸ ਕੰਮ ਨੂੰ ਫੋਲੋ ਅਪ ਕਰਨ ਵਾਸਤੇ ਨਾਲ ਕੁਝ ਬੰਦਿਆਂ ਦੀ ਸਹਾਇਤਾ ਲੈਣੀ ਪੈਂਦੀ ਹੈ। ਹਰੇਕ ਕੰਮ ਕਈ ਵਾਰੀ ਸਰਪੰਚ MC ਜਦੋਂ ਦਫ਼ਤਰਾਂ 'ਚ ਕੰਮ ਜਾਂਦੇ ਹੈ, ਕੋਈ DC ਤੋਂ ਮਨਜ਼ੂਰੀ ਲੈਣੀ ਹੈ ਜੀ, ਕੋਈ ਉਤੋਂ ਸੈਕਟਰੀ ਤੋਂ ਮਨਜ਼ੂਰੀ ਲੈ ਕੇ ਆਉਣੀ ਹੈ, ਕੋਈ ਚੰਡੀਗੜ੍ਹੋਂ ਕੰਮ ਕਰਾ ਕੇ ਲਿਆਉਣਾ। ਸੋ ਜਦੋਂ ਕਿਤੋਂ ਪੈਸੇ ਰਿਲੀਜ਼ ਕਰਾਉਣੇ ਹੈ, ਕਦੀ ਕਿਸੇ ਕੰਮ ਦੀ ਪੈਰਵਾਈ ਕਰਨੀ ਹੈ, ਸੋ ਜਦੋਂ ਦਫ਼ਤਰਾਂ 'ਚ ਕੰਮ ਜਾਂਦੇ ਆ ਜੀ, ਕਈ ਵਾਰੀ ਵਿਚਾਰੇ ਸਰਪੰਚ MC ਸਾਹਿਬਾਨ, ਜ਼ਿਲ੍ਹਾ ਪ੍ਰੀਸ਼ਦ ਵਾਲੇ ਕਈ ਮੈਂਬਰ, ਕਈ ਬਲਾਕ ਸੰਮਤੀ ਦੇ ਮੈਂਬਰ, ਉਹ ਵਿਚਾਰੇ ਕਈ ਵਾਰੀ ਇਸ ਗੱਲ ਤੋਂ ਗਰੇਜ਼ ਕਰਦੇ ਆ, ਨਾ ਤਾਂ ਉਹਨਾਂ ਤੋਂ ਨਹੀਂ ਪੈਰਵਾਈ ਹੁੰਦੀ ਹੈ ਜੀ, ਨਾ ਕਈ ਵਾਰੀ ਉਹਨਾਂ ਕੋਲੋਂ ਅਫਸਰਾਂ ਦੇ ਦਫ਼ਤਰਾਂ ਦੇ ਬਾਹਰ ਖੜਿਆ ਜਾਂਦਾ। ਸੋ ਉਦੋਂ 5-6 PA ਕੋਈ ਨਹੀਂ ਮੇਰਾ, ਕੋਈ ਪੇਡ PA ਨਹੀਂ ਸੀ, ਸਾਰੇ ਇਲੈਕਟਿਡ ਬੰਦੇ ਆ। ਕੋਈ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਹੈ, ਕੋਈ ਪਿੰਡ ਦਾ ਸਰਪੰਚ ਹੈ, ਕੋਈ ਬਲਾਕ ਸੰਮਤੀ ਦਾ ਮੈਂਬਰ ਹੈ। ਉਹ ਕੋਈ ਸਾਥੀਆਂ ਦੀ ਡਿਊਟੀ ਲਾਈ ਸੀ ਕਿ ਤੁਸੀਂ ਬਈ ਇਹਨਾਂ ਕੰਮਾਂ ਦੀ ਪੈਰਵਾਈ ਕਰਨੀ ਹੈ, ਤੁਸੀਂ ਭਾਈ ਇਹਨਾਂ ਕੰਮਾਂ ਦੀ ਪੈਰਵਾਈ ਕਰਨੀ ਹੈ। ਤੇ ਭਰਾਵੋ ਗੱਲ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਅੱਜ ਕੈਮਰੇ ਤੇ ਤੁਹਾਨੂੰ ਜੀ, ਕੰਮ ਕਰਨਾ ਤਾਂ ਕੋਈ ਮਾੜਾ ਨਹੀਂ ਨਾ। ਮੈਂ ਅੱਜ ਖੁੱਲੇ ਦਾਅਵੇ ਨਾਲ ਕਹਿੰਦਾ, ਜੇ ਮੇਰੇ ਕਿਸੇ ਬੰਦੇ ਨੇ ਕਿਸੇ ਬੰਦੇ ਨਾਲ ਠੱਗੀ ਮਾਰੀ ਹੈ, ਕਿਸੇ ਗੱਲ ਦਾ 1 ਰੁਪਈਏ ਦਾ ਕੋਈ ਰਵਾਦਾਰ ਹੈ, ਫੇਰ ਤਾਂ ਸਾਡਾ ਕਸੂਰ ਹੈ। ਤੇ ਜੇ ਅਸੀਂ ਯਾਰ 700 ਕਰੋੜ ਰੁਪਏ ਦੇ ਕੰਮ ਫਰੀਦਕੋਟ ਹਲਕੇ ਵਿੱਚ ਕਰਾਤੇ, ਪੈਰਵਾਈ ਕਰਕੇ ਦਫ਼ਤਰ ਤੋਂ ਦਫ਼ਤਰ ਫਿਰ ਕੇ, ਚਾਹੇ ਮੈਂ ਫਿਰਦਾ ਸੀ ਚੰਡੀਗੜ੍ਹ, ਇੱਕ ਦਫ਼ਤਰ ਦੂਜਾ ਦਫ਼ਤਰ, ਦੂਜੇ ਦਫ਼ਤਰ ਤੀਜਾ ਦਫ਼ਤਰ, ਤੇ ਕੋਈ ਮਾੜਾ ਕਰਤਾ? ਲੋਕਾਂ ਨੂੰ ਸੁੱਖ ਦੇਤਾ? ਮਤਲਬ ਜਿਹੜੀਆਂ ਪਿੰਡਾਂ ਵਿੱਚ ਪਾਰਕਾਂ, ਲੋਕਟੇਲ ਵਾਲੀਆਂ ਗਲੀਆਂ, ਪਿੰਡਾਂ ਦੇ ਜਿਹੜਾ ਉਹਨਾਂ ਦਾ ਗੰਦੇ ਪਾਣੀ ਦਾ ਨਿਕਾਸ, ਪੀਣ ਵਾਲੇ ਪਾਣੀ ਦੇ ਕੰਮ, ਜਿਹੜੇ ਸਭ ਤੋਂ ਵੱਡੀ ਸਾਡੇ ਇਲਾਕੇ ਵਿੱਚ ਨਹਿਰੀ ਪਾਣੀ ਦੀ ਘਾਟ ਹੈ। ਪਿਛਲੇ ਸਮੇਂ 'ਚ ਸਾਰੀਆਂ ਕੱਸੀਆਂ ਮੈਂ ਬਣਵਾਈਆਂ। ਹੁਣ 40 ਕਰੋੜ ਦੇ ਨੇੜੇ ਤੇੜੇ ਮੋਗੇ ਦੀਆਂ ਜਿਹੜੀਆਂ ਪਾਈਪਲਾਈਨਾਂ ਸੋਇਲ ਕੰਜ਼ਰਵੇਸ਼ਨ ਰਾਹੀਂ ਅਸੀਂ ਵੱਡੇ ਮੋਗਿਆਂ ਦੀਆਂ ਪਾਈਆਂ। ਅਸੀਂ ਇਹ ਨਹੀਂ ਦੇਖਿਆ ਕਿ ਇਸ ਮੋਗੇ 'ਚ ਕੋਈ ਅਕਾਲੀ ਦੀ ਜ਼ਮੀਨ ਤਾਂ ਨਹੀਂ ਆਉਂਦੀ, ਕਿਸੇ ਆਪ ਵਾਲੇ ਦੀ ਜ਼ਮੀਨ ਤਾਂ ਨਹੀਂ ਆਉਂਦੀ। ਭਰਾਵੋ ਜੇ 300 ਕਿੱਲੇ ਦਾ ਮੋਗਾ ਹੈ ਤੇ ਉਹਦੇ ਵਿੱਚ 200 ਹਿੱਸੇਦਾਰ ਹੈ, ਤੇ ਸਾਰੇ ਕਿੱਕੀ ਢਿੱਲੋਂ ਨੂੰ ਵੋਟ ਪਾਉਣ ਵਾਲੇ ਤਾਂ ਨਹੀਂ। ਕਿੱਕੀ ਤੁਸੀਂ ਕਹਿ ਰਹੇ ਹੋ ਵੀ ਅਕਾਲੀਆਂ ਦੇ ਕੰਮ ਵੀ ਕਰਾਏ, ਆਪ ਦੇ ਵੀ ਕਰਾਏ, ਪਰ ਕਿੱਕੀ ਢਿੱਲੋਂ ਤੇ ਇਹ ਵੀ ਇਲਜ਼ਾਮ ਲੱਗਦਾਗਾ ਵੀ ਕਿੱਕੀ ਢਿੱਲੋਂ ਦੀ ਜਿਹੜੀ ਦਖਲਅੰਦਾਜ਼ੀ ਆ ਉਹ ਦੂਜੇ ਹਲਕਿਆਂ 'ਚ ਵੀ ਰਹੇ ਆ। ਮੁਹੰਮਦ ਸਦੀਕ ਨੇ ਇਲਜ਼ਾਮ ਲਾਏ ਆ, ਤੁਹਾਡੀ ਆਪਦੀ ਪਾਰਟੀ ਦੇ ਨੇ। ਦੇਖੋ ਜ਼ਰੂਰ, ਜੇ ਕੋਈ ਕਾਂਗਰਸ ਦਾ ਵਰਕਰ ਕਿਸੇ ਹਲਕੇ 'ਚੋਂ ਮੇਰੇ ਕੋਲ ਆ ਜਾਂਦਾ ਸੀ ਕੰਮ ਨੂੰ, ਮੈਂ ਉਹਦਾ ਕੰਮ ਕਰਦਾ ਸੀ। ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਕਿਸੇ ਉਲਟ ਬੰਦੇ ਦਾ ਕੰਮ ਕੀਤੇ, ਕਿਉਂਕਿ 2017 ਤੋਂ ਪਹਿਲਾਂ ਜਦੋਂ ਅਸੀਂ ਸੰਘਰਸ਼ ਕਰਦੇ ਸੀ, ਸਦੀਕ ਸਾਹਿਬ ਉਦੋਂ ਸਾਡੇ ਜ਼ਿਲ੍ਹੇ 'ਚ ਨਹੀਂ ਸੀ, ਭਦੌੜ ਦੇ MLA ਸੀ। ਭਾਈ ਕੁੱਕੂ ਜੀ ਉਦੋਂ ਮੁਕਤਸਰ ਰਹਿੰਦੇ ਸੀ ਜੀ, ਸਾਡੇ ਜ਼ਿਲ੍ਹੇ 'ਚ ਇਹਨਾਂ ਦੋਨੋਂ ਬੰਦੇ ਨਹੀਂ ਸੀ। 2017 'ਚ ਇਹਨਾਂ ਦੋਨਾਂ ਨੂੰ ਟਿਕਟ ਦੇ ਕੇ ਪਾਰਟੀ ਨੇ ਭੇਜਤਾ। ਉਹਨਾਂ ਦੀ ਦਬ ਕੇ ਮਦਦ ਹੋਈ, ਚਲੋ ਉੱਥੇ ਨਹੀਂ ਜਿੱਤ ਸਕੇ। 2017 ਤੋਂ ਔਖੇ ਵੇਲੇ 'ਚ ਜਿਹੜਾ ਸਮਾਂ ਸੀ ਔਖੇ ਵੇਲੇ ਦਾ, ਉਸ ਔਖੇ ਵੇਲੇ 'ਚ ਜਿਹੜੇ ਵਰਕਰ ਜੈਤੋਂ ਦੇ, ਕੋਟਕਪੂਰੇ ਦੇ ਜੀ ਪਾਰਟੀ ਦੀ ਬਾਂਹ ਫੜਦੇ ਰਹੇ, ਮੇਰੇ ਨਾਲ ਪਾਰਟੀ ਪ੍ਰੋਗਰਾਮਾਂ ਜਾਂਦੇ ਰਹੇ, ਧਰਨਿਆਂ ਤੇ ਜਾਂਦੇ ਰਹੇ, ਰੈਲੀਆਂ ਤੇ ਜਾਂਦੇ ਰਹੇ, ਜੇ ਉਹ ਮੇਰੇ ਕੋਲ ਕੋਈ ਕੰਮ ਨੂੰ ਚੱਲ ਕੇ ਆ ਜਾਣਗੇ ਤੇ ਮੇਰਾ ਫਰਜ਼ ਉਹਨਾਂ ਦਾ ਕੰਮ ਕਰਨਾ। ਜ਼ਰੂਰ ਕੀਤੇ ਆ, ਮੈਂ ਵੀ ਗੱਲ ਨਹੀਂ ਕਰਦਾ। ਜੇ ਇਸ ਗੱਲ ਦਾ ਕਿਸੇ ਨੂੰ ਗੁੱਸਾ ਤਾਂ ਗਲਤ ਗੁੱਸਾ, ਪਰ ਸਿਰਫ ਵਰਕਰਾਂ ਦੇ ਕੰਮ ਕੀਤੇ ਆ ਜੀ। ਡਟ ਕੇ ਕੋਈ ਆਇਆ ਜਿਹਨੂੰ ਕੋਈ ਖਿਆਈ ਸੀ ਉਹਦਾ ਕੰਮ ਕੀਤਾ। ਮੈਂ ਇੱਕ ਗੱਲ ਫੇਰ ਕਹਿਣਾ ਚਾਹੁੰਦਾ ਜੀ, ਜਿਹੜੇ ਮੈਂ ਕੰਮ ਕੀਤੇ ਆ, ਵਿਕਾਸ ਕੀਤਾ ਸ਼ਹਿਰ ਵਿੱਚ, ਭਾਈ ਸਾਹਿਬ ਜੇ ਪਾਰਕਾਂ ਬਣਾਈਆਂ ਤੇ ਬੱਚੇ ਸਾਰਿਆਂ ਦੇ ਖੇਡਦੇ ਆ, ਇਕੱਲੇ ਕਾਂਗਰਸੀਆਂ ਦੇ ਬੱਚੇ ਨਹੀਂ ਖੇਡਦੇ। ਜੇ ਸੀਵਰੇਜ ਪਿਆ ਤੇ ਸੁੱਖ ਸਾਰੇ ਸ਼ਹਿਰ ਨੂੰ ਹੈ, ਇਕੱਲੇ ਕਾਂਗਰਸੀਆਂ ਦੇ ਘਰਾਂ ਦਾ ਸੀਵਰੇਜ ਨਹੀਂ ਪਿਆ। ਪੌਣੇ 200 ਕਰੋੜ ਰੁਪਏ ਦਾ ਪ੍ਰੋਜੈਕਟ ਸੀ, ਲੋਕ ਟਾਈਲਾਂ ਵਾਲੀਆਂ ਸੋਹਣੀਆਂ ਗਲੀਆਂ ਬਣੀਆਂ ਤੇ ਸੁੱਖ ਸਾਰਿਆਂ ਨੂੰ ਹੈ। ਇੱਕ ਗਲੀ ਵਿੱਚ ਸਾਰੇ ਕਾਂਗਰਸੀ ਵੋਟਰ ਨਹੀਂ ਰਹਿੰਦੇਗੇ। ਜੇ ਅਸੀਂ ਗਰੀਬਾਂ ਦੇ ਮਾਲਕੀ ਦੇ ਹੱਕ ਦਿੱਤੇ, ਜੇ ਅਸੀਂ ਸ਼ਹਿਰ ਵਾਲਿਆਂ ਨੂੰ ਦੁਕਾਨਾਂ ਦੇ ਹੱਕ ਦਿੱਤੇ, ਜਿਹੜੇ ਮਿਊਨਿਸਪਲ ਕਮੇਟੀ ਦੀਆਂ ਦੁਕਾਨਾਂ ਦੇ ਮਾਲਕ ਬਣਾਇਆ, ਤੇ ਭਰਾਵ ਉਹ ਸਾਰੇ ਕੋਈ ਕਾਂਗਰਸੀਆਂ ਨੂੰ ਨਹੀਂ ਦਿੱਤੇ, ਉਹ ਹਰੇਕ ਨੂੰ ਦਿੱਤਾ, ਚਾਹੇ ਕੋਈ ਅਕਾਲੀ ਸੀ ਤੇ ਚਾਹੇ ਕੋਈ ਆਪ ਵਾਲਾ ਸੀ ਤੇ ਚਾਹੇ ਕੋਈ ਕਾਮਰੇਡ ਸੀ ਜਿਹੜਾ ਫਰੀਦਕੋਟ ਦਾ ਨਿਵਾਸੀ ਸੀ। ਜੇ ਪਿੰਡਾਂ 'ਚ ਮੋਗੇ ਦੀਆਂ ਪਾਈਪਲਾਈਨਾਂ ਬਣਾਈਆਂ ਤੇ ਉਹਦੇ ਵਿੱਚ ਜ਼ਮੀਨ ਅਕਾਲੀਆਂ ਦੇ ਵੀ ਆਉਂਦੀ ਹੈ ਤੇ ਦੂਜਿਆਂ ਦੀ ਵੀ ਆਉਂਦੀ ਹੈ। ਜੇ ਸੜਕਾਂ ਬਣਾਈਆਂ ਉਹਨਾਂ ਤੇ ਸਾਰਿਆਂ ਨੇ ਚੱਲਣਾ, ਜੇ ਸਮਾਰਟ ਸਕੂਲ ਬਣਾਏ ਆ ਤੇ ਬੱਚੇ ਸਾਰਿਆਂ ਦੇ ਪੜ੍ਹਦੇ ਆ। ਸੋ ਜਿਹੜੇ ਅਸੀਂ ਕੰਮ ਕੀਤੇ ਆ
ਅਸੀਂ ਸਭ ਵਾਸਤੇ ਕੀਤੇ। ਤੁਸੀਂ ਕਹਿ ਰਹੇ ਹੋ ਅਸੀਂ ਇੰਡੀਵਿਜੂਅਲ ਕੰਮ ਵੀ ਆਪਦੇ ਬੰਦਿਆਂ ਦੇ ਬਹੁਤ ਕੀਤੇ ਹੈ, ਪਰ ਅਸੀਂ ਜਿਹੜੇ ਕੰਮ ਕੀਤੇ ਆ, ਅਸੀਂ ਫਰੀਦਕੋਟ ਹਲਕੇ ਦੇ ਜਿਹੜੀ ਮੁੱਢਲੀ ਸਹੂਲਤਾਂ ਸੀ ਹਰੇਕ ਦੇ ਬੱਚੇ ਵਾਸਤੇ, ਹਰੇਕ ਸ਼ਹਿਰੀ ਵਾਸਤੇ, ਹਰੇਕ ਪਿੰਡੂ ਵਾਸਤੇ, ਉਹਨਾਂ ਨੂੰ ਉੱਤੇ ਚੱਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਉਹਨਾਂ ਦੀਆਂ ਜਿਹੜੀਆਂ ਵੱਡੀਆਂ ਮੁਸ਼ਕਲਾਂ ਉਹ ਅਸੀਂ ਹੱਲ ਕਰ ਸਕੀਏ। ਤੁਸੀਂ ਕਹਿ ਰਹੇ ਹੋ ਵੀ ਅਸੀਂ ਸਭ ਦੇ ਬੱਚੇ ਕੁਛ ਕੀਤੇ ਆ, ਪਰ ਵਿਰੋਧੀ ਇਹ ਕਹਿ ਰਹੇ ਆ ਕਈ ਮਾਵਾਂ ਦੀ ਅੱਖ 'ਚ ਹੰਝੂ ਵੀ ਕਿਉਂ ਢਿੱਲੋਂ ਕਰਕੇ ਆਏ। ਪਿਛਲੇ ਦਿਨੀ ਜੇ ਆਪਾਂ ਗੁਰਲਾਲ ਮਰਡਰ ਕੇਸ ਦੀ ਗੱਲ ਕਰਦੇ ਆ, ਉਸ ਨੂੰ ਲੈ ਕੇ ਕਾਫੀ ਵਿਵਾਦ ਰਿਹਾ, ਖਾਸ ਕਰਕੇ ਕੋਟਕਪੂਰਾ ਫਰੀਦਕੋਟ ਏਰੀਏ ਦੇ ਵਿੱਚ। ਦੁੱਖ ਹੈ? ਵਿਵਾਦ ਕੋਈ ਨਹੀਂ। ਸਾਡਾ ਸਾਥੀ ਸੀ, ਮੈਂ ਉਹਨੂੰ ਉਂਗਲ ਫੜ ਕੇ ਤੋਰਿਆ ਸੀ। 2016 'ਚ ਮੇਰੇ ਟੱਚ ਆਇਆ ਸੀ, ਉਹਦਾ ਸਿਆਸਤ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਜੀ। ਉਹ ਮੁੰਡਾ ਆਇਆ, ਉਹਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ, ਉਹਨੂੰ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣਾਇਆ, ਯੂਥ 'ਚੋਂ ਟਿਕਟ ਦਿੱਤੀ। ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ, ਬਹੁਤ ਦੁੱਖ ਹੋਇਆ ਜਦੋਂ ਦਾ ਮਰਡਰ ਹੋਇਆ। ਮੈਂ ਉਸ ਤਫਸੀਲ 'ਚ ਲੋਕ ਜਾਣਦੇ ਆ, ਬਹੁਤ ਮਾੜੀ ਗੱਲ ਹੋਈ। ਉਸ ਤੋਂ ਬਾਅਦ ਕਿੱਕੀ ਢਿੱਲੋਂ ਦਾ ਫਰਜ਼ ਸੀ ਕਿ ਜਿਹੜਾ ਬੰਦਾ ਜਿੰਨਾ ਕਸੂਰਵਾਰ ਉਹਨੂੰ ਸਜ਼ਾ ਮਿਲੇ। ਅੱਜ ਸਾਰੇ ਬੰਦੇ ਜੇਲ੍ਹ 'ਚ ਬੈਠੇ। ਗੁਰਲਾਲ ਦੇ ਨਾਲ ਉਹਦੇ ਕੋਈ ਪੁਰਾਣੇ ਸਾਥੀ ਸੀ ਜਿਹੜੇ ਅੱਜ ਯੂਥ ਅਕਾਲੀ ਦਲ ਦਾ ਪ੍ਰਧਾਨ ਆ ਜ਼ਿਲ੍ਹੇ ਦਾ, ਗੁਰਕਮਲ ਸਿੰਘ, ਤੇ ਨਾਲ ਹੋਰ ਸਾਥੀ ਉਹਦੇ ਜੀ। ਉਹ ਅੱਜ ਸ਼੍ਰੋਮਣੀ ਅਕਾਲੀ ਦਲ ਯੂਥ ਅਕਾਲੀ ਦਲ ਦਾ ਪ੍ਰਧਾਨ ਆ ਫਰੀਦਕੋਟ ਜ਼ਿਲ੍ਹੇ ਦਾ। ਸਾਰੇ ਪੰਜਾਬ ਨੂੰ ਪਤਾ ਤੇ ਸਾਰੇ ਫਰੀਦਕੋਟ ਨੂੰ ਪਤਾ ਕਿ ਉਹਨਾਂ ਦੀ ਆਪਸ 'ਚ ਗੱਲ ਸੀ। ਗੁਰਲਾਲ ਤਾਂ ਉਹਨਾਂ ਦੀ ਗੱਲ ਨਹੀਂ ਸੁਣਦਾ ਸੀ। ਉਹਨਾਂ ਦੀ ਗੁਰਕਮਲ ਹੋਰਾਂ ਦੀ ਕੋਈ ਜਾਤੀ ਰੰਜਿਸ਼ ਹੈ ਇੱਥੇ। ਕੋਈ ਫਰੀਦਕੋਟ ਸ਼ਹਿਰ ਦਾ ਹੀ ਮੁੰਡਾ ਹਰਪ੍ਰੀਤ, ਮੈਂ ਤੁਹਾਨੂੰ ਜਾਣਦਾ ਨਹੀਂ ਜੀ। ਜਦੋਂ ਗੁਰਲਾਲ ਦਾ ਮਰਡਰ ਹੋ ਗਿਆ, ਇਹਨਾਂ ਨੇ ਉਹਦੇ ਫਾਦਰ ਨੂੰ ਸਿਖਾਉਣਾ ਸ਼ੁਰੂ ਕਰ ਦਿੱਤਾ ਕਿ ਜੀ ਇਹਦੀ ਮੁੰਡੇ ਦੀ ਵੀ ਇਨਵੋਲਵਮੈਂਟ ਹੈਗੀ। ਉਹਦੇ ਫਾਦਰ ਮੈਨੂੰ ਕਹਿੰਦੇ ਜੀ ਕਿ ਸਾਨੂੰ ਸ਼ੱਕ ਹੈ ਇਹਦੀ ਇਨਵੋਲਵਮੈਂਟ। ਬਿਲਕੁਲ, ਮੈਂ ਪੁਲਿਸ ਨੂੰ ਕਿਹਾ ਕਿ ਇਹਨਾਂ ਦਾ ਸ਼ੱਕ ਦੂਰ ਕਰੋ। ਪੁਲਿਸ ਨੇ ਉਸ ਮੁੰਡੇ ਨੂੰ ਸਾਰੀ ਪੁੱਛਗਿੱਛ ਕੀਤੀ। ਉਹ ਮੁੰਡਾ 3 ਮਹੀਨੇ ਜੇਲ੍ਹ ਵੀ ਰਹਿ ਕੇ ਆਇਆ। ਪਰ ਜਦੋਂ ਪੁਲਿਸ ਨੂੰ ਕਲੀਅਰ ਹੋ ਗਿਆ ਕਿ ਬੇਗੁਨਾਹ ਹੈ, ਤੇ ਜਿਹੜੇ ਬੰਦੇ ਦਾ ਜਿੰਨਾ ਰੋਲ ਸੀ ਉਹ ਸਾਬਤ ਹੋ ਗਿਆ। ਕਿੰਨੇ ਜੋ ਕੁਝ ਵੀ ਕੀਤਾ, ਜਿੰਨੇ ਇੱਕ ਰਾਤ ਦੀ ਪਨਾਹ ਵੀ ਦਿੱਤੀ ਸੀ, ਜਾਂ ਜਿੰਨੇ ਲੈ ਕੇ ਆਂਦਾ ਸੀ ਕਿਸੇ ਨੂੰ, ਜਾਂ ਜਿੰਨੇ ਉੱਥੇ ਤਾਈਂ ਛੱਡ ਕੇ ਵੀ ਆਂਦਾ ਸੀ, ਜਦੋਂ ਇੱਕ ਘੜੀ ਜੁੜ ਗਈ, ਸਭ ਕੁਝ ਕਲੀਅਰ ਹੋ ਗਿਆ, ਪੁਲਿਸ ਨੇ ਸਾਰੇ ਬੰਦੇ ਅਰੈਸਟ ਕਰ ਲਏ। ਉਹ ਸਾਰੇ ਬੰਦੇ ਅੰਦਰ ਹੈ। ਹੁਣ ਜੇ ਕੋਈ ਬੇਗੁਨਾਹ ਹੈ, ਉਹਦਾ ਕੋਈ ਰੋਲ ਨਹੀਂਗਾ, ਸਿਰਫ ਇਹ ਜਿਹੜੇ ਅਕਾਲੀ ਦਲ ਦੇ ਬੰਦੇ ਆ, ਇਹਨਾਂ ਨੂੰ ਉਹ ਚੰਗਾ ਨਹੀਂ ਲੱਗਦਾ, ਜਾਂ ਇਹਨਾਂ ਨਾਲ ਪਤਾ ਨਹੀਂ ਉਹਦਾ ਕੀ ਰੌਲਾ ਮੁੰਡੇ ਦਾ। ਭਾਈ ਮੈਂ ਕਿਸੇ ਦੇ ਆਖੇ ਬੇਗੁਨਾਹ ਨਹੀਂ ਐਡੇ ਵੱਡੇ ਕੇਸ 'ਚ ਫਸਾਉਣਾ। ਜੇ ਤਾਂ ਕੇਸ ਨਾ ਸੋਲਵ ਹੁੰਦਾ, ਜੇ ਇੱਕ ਵੀ ਕੜੀ ਮਿਸਿੰਗ ਹੁੰਦੀ, ਫਿਰ ਵੀ ਇਹ ਕਹਿੰਦੇ ਤੁਸੀਂ ਜਾ ਕੇ ਪੁਲਿਸ ਤੋਂ ਚੈੱਕ ਕਰੋ, ਫਾਈਲ ਦੇਖੋ, ਟੋਟਲੀ ਕੇਸ ਸੋਲਵਡ ਹੈ, ਇੱਕ ਕੜੀ ਜੁੜੀ ਵੀ ਹੈ। ਪਰ ਹੁਣ ਇਹ ਬੰਦਿਆਂ ਦਾ ਪਤਾ ਨਹੀਂ ਉਸ ਬੰਦੇ ਨਾਲ ਕੀ ਰੌਲਾ, ਮੈਨੂੰ ਨਹੀਂ ਪਤਾ। ਇਹ ਚਾਹੁੰਦੇ ਆ ਬੇਗੁਨਾਹ ਬੰਦਿਆਂ ਨੂੰ ਫਸਾਉਣਾ। ਮੇਰਾ ਫਰਜ਼ ਸੀ, ਪੁਲਿਸ ਦਾ ਫਰਜ਼ ਸੀ ਕਿ ਅਸੀਂ ਕਿ ਕੇਸ ਬਿਲਕੁਲ ਕਲੀਅਰਲੀ ਸੋਲਵ ਹੋਵੇ, ਤੇ ਜਿਹੜੇ ਬੰਦੇ ਦਾ ਜੋ ਕਸੂਰ ਹੈ ਉਹ ਬੰਦੇ ਸਾਰੇ ਜੇਲ੍ਹ 'ਚ ਹੋਣ, ਸਾਰੇ ਬੰਦੇ ਜੇਲ੍ਹ 'ਚ ਬੈਠੇ ਜੀ। ਪਰ ਮੈਂ, ਹਾਲਾਂਕਿ ਉਹ ਮੁੰਡੇ ਨੂੰ ਪੁਲਿਸ ਨੇ ਉਹਨੂੰ ਪੁੱਛਗਿੱਛ ਕੀਤੀ, 3 ਮਹੀਨੇ ਉਹ ਮੁੰਡਾ ਅੰਦਰ ਵੀ ਰਹਿ ਕੇ ਆਇਆ। ਮੈਂ ਤਾਂ ਉਹਨੂੰ ਵਿਚਾਰੇ ਨੂੰ ਜਾਣਦਾ ਵੀ ਨਹੀਂ। ਪਰ ਜਦੋਂ ਪੁਲਿਸ ਦੀ ਤਸੱਲੀ ਹੋ ਗਈ, ਪੁਲਿਸ ਨੇ ਸਾਰਾ ਕੇਸ ਸੋਲਵ ਕਰ ਲਿਆ। ਉਸ ਬੰਦੇ ਦਾ 1% ਵੀ ਰੋਲ ਨਹੀਂ ਸੀ, ਤੇ ਓਬਵੀਅਸਲੀ ਪੁਲਿਸ ਨੇ ਉਹਨੂੰ ਛੱਡਣਾ ਸੀ, ਕਿਉਂਕਿ ਏਡੇ ਵੱਡੇ ਕੇਸ 'ਚ ਬਗੈਰ ਗੱਲੋਂ ਕਿਸੇ ਨਿਰਦੋਸ਼ ਨੂੰ ਫਸਾ ਦੇਣ, ਉਹ ਤਾਂ ਵੀ ਮਾੜੀ ਗੱਲ ਹੈ, ਉਹ ਵੀ ਸਾਡਾ ਹੱਕ ਨਹੀਂ ਬਣਦਾ। ਸੋ ਇਸ ਕਰਕੇ ਇਹ ਸਭ ਸਿਆਸਤ ਹੈ। ਅਕਾਲੀ ਦਲ ਬਹੁਤ ਛੋਟੀ ਗੱਲਾਂ 'ਚ ਆਇਆ ਹੋਇਆ। ਉਹਨਾਂ ਦੇ ਪੋਸਟਰ ਲੱਗੇ, ਦੇਖੋ, ਚਲੋ ਬਾਕੀ ਗੱਲਾਂ ਛੱਡੋ, ਕਿ ਵਿਸ਼ਵਾਸ ਰੱਖਿਓ ਮੈਂ ਵਿਕਾਸ ਕਰਾਂਗਾ। ਫਰੀਦਕੋਟ ਸ਼ਹਿਰ 'ਚ ਲੱਗੇ ਗੱਲ, ਦੇਖੋ, ਵਿਸ਼ਵਾਸ ਕਰਿਓ ਮੈਂ ਵਿਕਾਸ ਕਰਾਂਗਾ। 10 ਸਾਲ ਅਕਾਲੀ ਦਲ ਦੀ ਸਰਕਾਰ ਰਹੀ, ਯੂਥ ਡਿਵੈਲਪਮੈਂਟ ਬੋਰਡ ਦਾ ਚੇਅਰਮੈਨ ਰਿਹਾ ਰਮਾਣਾ। ਕੀ ਕੀਤਾ ਇਹਨੇ ਫਰੀਦਕੋਟ ਸ਼ਹਿਰ ਵਾਸਤੇ, ਇਹ ਦੱਸਣ। 10 ਸਾਲ ਲਗਾਤਾਰ ਸਰਕਾਰ ਰਹੀ। ਤੁਸੀਂ 700 ਕਰੋੜ ਲੈ ਕੇ ਆਏ? ਹਾਂ, ਬਿਲਕੁਲ ਲੈ ਕੇ ਆਏ। ਲੱਗਿਆ ਦੀਂਦਾ, ਜਾ ਕੇ ਦੇਖੋ, ਹਰੇਕ ਕੰਮ ਚੱਲਦੇ ਦੇਖੋ। ਜੇ ਸਾਲ ਕੰਮ ਨਾ ਬੰਦ ਹੁੰਦੇ ਕਰੋਨਾ ਦੇ ਜੀ, ਤੇ ਸਰਦਾਰ ਜੀ ਅੱਜ ਨੂੰ 100% ਕੰਮ ਕੰਪਲੀਟ ਹੋਣੇ ਸੀ। ਹੁਣ ਕੋਈ 90% ਕੰਪਲੀਟ ਹੋ ਗਿਆ, ਕੋਈ 95% ਕੰਪਲੀਟ ਹੋ ਗਿਆ। 2 ਮਹੀਨੇ ਸਾਰੇ ਕੰਪਲੀਟ ਹੋ ਜਾਣੇ। ਫਰੀਦਕੋਟ ਸ਼ਹਿਰ 90% ਦੇ ਨੇੜੇ ਤੇੜ। ਜਿਹੜੀਆਂ ਕੋਈ
ਸੜਕਾਂ ਰਹਿੰਦੀਆਂ ਸੀ ਉਹ ਵੀ ਦਵਾ ਦਵ ਬਣੀਆਂ ਜਾ ਰਹੀਆਂ ਮਤਲਬ ਕੋਈ ਚੀਜ਼ ਇਹੋ ਜਿਹੀ ਨਹੀਂ ਜਿਹੜੀ ਆਨਗੋਇੰਗ ਨਾ ਹੋਵੇ। ਕਿਉਂਕਿ ਜੀ ਜੇ ਆਪਾਂ ਪੰਜਾਬ ਦੀ ਸਿਆਸਤ ਦੇਖਦੇ ਹਾਂ, ਕੀ ਲੱਗਦਾ ਕਾਂਗਰਸ ਕਿੱਥੇ ਸਟੈਂਡ ਕਰੂ, ਪਹਿਲੇ ਤੇ ਦੂਜੇ ਤੇ? ਮੈਂ ਸਮਝਦਾ ਜੀ ਸਰਕਾਰ ਕਾਂਗਰਸ ਦੀ ਬਣੇਗੀ। ਅੱਜ ਗੱਲ ਯਾਦ ਰੱਖਿਓ, ਕਿੰਨੀਆਂ ਸੀਟਾਂ ਨਾਲ? ਪਹਿਲੀ ਗੱਲ ਤਾਂ ਜਿਹੜੇ ਲੋਕ ਤਾਂ ਚਾਹੁੰਦੇ ਆ ਪੰਜਾਬ ਦਾ ਵਿਕਾਸ ਹੋਵੇ, ਪੰਜਾਬੀ ਜੀ, ਜਿਹੜੇ ਚਾਹੁੰਦੇ ਆ ਪੰਜਾਬ 'ਚ ਸਟੇਬਿਲਿਟੀ ਰਵੇ, ਜਿਹੜੇ ਚਾਹੁੰਦੇ ਆ ਪੰਜਾਬ 'ਚ ਅਮਨ ਅਮਾਨ ਰਵੇ, ਜਿਹੜੇ ਚਾਹੁੰਦੇ ਆ ਪੰਜਾਬ ਤਰੱਕੀ ਕਰੇ, ਉਹ ਸਭ ਪੋਜ਼ਿਟਿਵ ਲੋਕ ਕਾਂਗਰਸ ਦੀ ਸਰਕਾਰ ਬਣਾਉਣਗੇ। ਚਰਨਜੀਤ ਸਿੰਘ ਚੰਨੀ ਦਾ 3 ਮਹੀਨੇ ਦਾ ਕੰਮ ਦੇਖ ਕੇ ਲੋਕ ਚਾਹੁੰਦੇ ਆ ਫਿਰ ਤੋਂ 5 ਸਾਲ ਦੇਣੇ। ਤੇ ਜਿਹੜੇ ਪਹਿਲਾਂ ਵਾਲੇ 4.5 ਸਾਲ ਸੀ ਉਹਦਾ ਜਵਾਬ ਕੌਣ ਦੂ? ਉਹਦਾ ਜਵਾਬ ਅਸੀਂ ਦੇਵਾਂਗੇ। ਜੇ ਹੁਣ ਕੋਈ ਸਾਡਾ ਬੰਦਾ ਮਾੜਾ ਨਿਕਲ ਆਇਆ, ਮੈਂ ਉਹਨਾਂ ਦੇ ਉਲਟ ਨਹੀਂ ਬੋਲਣਾ, ਮੈਂ ਉਹਦਾ ਸਤਿਕਾਰ ਕਰਦਾ, ਪਰ ਲੋਕਾਂ ਨੇ ਵਿਸ਼ਵਾਸ ਨਾ ਬਣਾਇਆ। ਜੇ ਉਹਨਾਂ ਨੇ ਕੋਈ ਅਕਾਲੀ ਦਲ ਨਾਲ ਸਿਟੀ ਰਲਾ ਲਈ, ਇਸੇ ਕਰਕੇ ਬਦਲਾਅ ਆਇਆ। ਕੈਪਟਨ ਅਮਰਿੰਦਰ ਸਿੰਘ ਦਾ ਕਦੀ ਬਦਲਾਅ ਨਹੀਂ ਆਉਣਾ ਸੀ ਜੇ ਕੈਪਟਨ ਸਾਹਿਬ ਦੱਬ ਕੇ ਲੋਕਾਂ ਦੇ ਕੰਮ ਕਰਦੇ। ਤੁਸੀਂ ਵੀ ਮਾਲ ਵਿੱਚ ਕੰਮ ਕਰਦੇ ਹੋ, ਲੱਗਦਾ ਤੁਹਾਨੂੰ ਵੀ ਜਿਵੇਂ ਨਵਜੋਤ ਸਿੰਘ ਸਿੱਧੂ ਕਹਿੰਦੇ ਵੀ 25-75 ਚੱਲਦਾ, ਉਹ ਹੁਣ ਵੀ ਕਹਿੰਦੇ 25-75 ਚੱਲਦਾ ਹੈ? ਇਹ ਸਿੱਧੂ ਸਾਹਿਬ ਨੂੰ ਪੁੱਛੋ ਸਵਾਲ, ਮੈਂ ਨਹੀਂ ਸਮਝਦਾ ਚੱਲਦਾ। ਇਹ ਸਿੱਧੂ ਸਾਹਿਬ ਨੂੰ ਪੁੱਛੋ। ਪਹਿਲੇ 4.5 ਸਾਲ ਚੱਲਿਆ, ਬਿਲਕੁਲ ਚੱਲਿਆ। ਅਸੀਂ ਕਹਿੰਦੇ ਰਹੇ ਹਾਂ ਕੈਪਟਨ ਸਾਹਿਬ ਦੇ ਮੂੰਹ ਤੇ, ਮੈਂ ਜ਼ੋਰ ਨਾਲ ਕਹਿੰਦਾ ਰਿਹਾ ਕਿ ਜੀ ਆਪਾਂ ਨੂੰ ਇਹਨਾਂ ਗੱਲਾਂ ਦਾ ਲੋਕਾਂ ਨੂੰ ਜਵਾਬ ਦੇਣਾ ਪਊਗਾ। ਲੋਕ ਆਪਣੇ ਤੋਂ ਇਹ ਸਵਾਲਾਂ ਦੇ ਜਵਾਬ ਪੁੱਛਣਗੇ। ਮੈਂ ਕਹਿੰਦਾ ਰਿਹਾ ਕੈਪਟਨ ਸਾਹਿਬ ਨੂੰ, ਮੈਂ ਉਹਨਾਂ ਦੇ ਨੇੜੇ ਸੀ, ਉਹਨਾਂ ਦਾ ਸਤਿਕਾਰ ਕਰਦਾ, ਪਰ ਮੈਂ ਉਹਨਾਂ ਨੂੰ ਕਹਿੰਦਾ ਰਿਹਾ ਕਿ ਤੁਹਾਡਾ ਐਡਾ ਵੱਡਾ ਪਿਛੋਕੜ ਹੈ, ਤੁਸੀਂ ਪੁਰਾਣੇ ਸਮੇਂ 'ਚ ਪੰਜਾਬ ਵਾਸਤੇ ਬਹੁਤ ਕੁਝ ਕੀਤਾ ਹੈ, ਇਸੇ ਕਰਕੇ ਲੋਕਾਂ ਨੇ ਤੁਹਾਨੂੰ ਮੌਕਾ ਦਿੱਤਾ ਹੈ। ਤੇ ਜੇ ਆਪਾਂ ਐਤਕੀ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰ ਗਏ ਤੇ ਜਾਂ ਆਪਾਂ ਜਿਹੜੇ ਮੇਨ ਇਸ਼ੂ ਹੈ ਉਹਨਾਂ ਨੂੰ ਨਾ ਸੋਲਵ ਕੀਤਾ, ਲੋਕਾਂ ਨੇ ਆਪਾਂ ਨੂੰ ਬਖਸ਼ਣਾ ਨਹੀਂ। ਮੈਂ ਕਹਿੰਦਾ ਰਿਹਾ ਜਿਹੜੇ ਕਰਪਟ ਲੀਡਰ ਨੇ ਉਹਨਾਂ ਦੀਆਂ ਟਿਕਟਾਂ ਕੱਟੀਆਂ ਜਾਣੀਆਂ ਚਾਹੀਦੀਆਂ। ਬਿਲਕੁਲ ਕੱਟੀਆਂ ਜਾਣੀਆਂ ਚਾਹੀਦੀਆਂ। ਜੇ ਕੋਈ ਬੰਦਾ ਪ੍ਰੂਵਡ ਕਰਪਟ ਹੈ, ਦੇਖੋ ਵਿਰੋਧੀਆਂ ਦੇ ਕਹਿਣ ਨਾਲ ਉਹ ਤਾਂ ਹਰੇਕ ਨੂੰ ਕਹਿਣਗੇ, ਪਰ ਜੇ ਕਿਸੇ ਬੰਦੇ ਨੇ ਵਾਕਈ ਕੋਈ ਗੁਨਾਹ ਪ੍ਰੂਵਡ ਗੁਨਾਹ ਹੈ, ਬਿਲਕੁਲ ਕੱਟੀਆਂ ਜਾਣੀ ਚਾਹੀਦੀ। ਵਿਰੋਧੀ ਤਾਂ ਇਹ ਵੀ ਕਹਿੰਦੇ ਆ ਵੀ ਕਿੱਕੀ ਢਿੱਲੋਂ ਨੇ ਆਪ ਦਾ ਵਿਕਾਸ ਵੀ ਬੜਾ ਕੀਤਾ ਗਾ। ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜਿੱਦਣ ਕਿੱਕੀ ਢਿੱਲੋਂ ਜੰਮਿਆ ਸੀ ਜੀ, ਫਰੀਦਕੋਟ ਦੇ ਇਲਾਕੇ ਦੇ ਲੋਕਾਂ ਨੂੰ ਪਤਾ ਕਿ ਉਦੋਂ ਕਿੱਕੀ ਢਿੱਲੋਂ ਦਾ ਪਰਿਵਾਰ ਕਿਹੋ ਜਿਹਾ ਸੀ ਤੇ ਕਿੱਕੀ ਢਿੱਲੋਂ ਦੇ ਪਿਓ ਦਾ ਕੀ ਸਟੇਟਸ ਸੀ, ਠੀਕ ਹੈ, ਤੇ ਲੋਕਾਂ ਨੂੰ ਅੱਜ ਵੀ ਪਤਾ ਜੀ। ਮੇਰੇ ਕੰਮ ਸਾਰੇ ਲਿਜਿਟਮੇਟ ਕੰਮ ਨੇ, ਠੀਕ ਹੈ ਜੀ, ਮੇਰੇ 1 ਨੰਬਰ ਦੇ ਕੰਮ ਹੈ। ਮੈਂ ਜ਼ਿੰਦਗੀ 'ਚ ਕਦੀ 2 ਨੰਬਰ ਦਾ ਕੰਮ ਨਹੀਂ ਕੀਤਾ। ਕਾਰੋਬਾਰ ਕਰਨਾ ਮੇਰਾ ਹੱਕ ਹੈ, ਬਿਜ਼ਨਸ ਕਰਨਾ ਮੇਰਾ ਹੱਕ ਹੈ ਜੀ, ਇਨਕਮ ਟੈਕਸ ਦੇਣਾ ਸਰਕਾਰ ਨੂੰ, ਮੇਰੇ ਤੋਂ ਲੈਣਾ ਸਰਕਾਰ ਦਾ ਹੱਕ ਹੈ, ਲਿਜਿਟਮੇਟ ਕੰਮ ਕਰਨੇ ਮੇਰਾ ਹੱਕ ਹੈ, ਪਰ ਇੱਕ ਵੀ ਕਦੀ ਜ਼ਿੰਦਗੀ 'ਚ ਗਲਤ ਕੰਮ ਨਹੀਂ ਕੀਤਾ। ਸਾਡੇ ਪਰਿਵਾਰ ਨੇ ਅੱਜ ਤੱਕ ਨਾ ਕਿਸੇ ਨਾਲ ਵਾਅਦਾ ਕੀਤਾ, ਨਾ ਕਿਸੇ ਨਾਲ ਠੱਗੀ ਮਾਰੀ ਜੀ। ਇੰਨੇ ਕੰਮ ਕੀਤੇ ਆ, ਜਾਤੀ ਵੀ ਲੋਕਾਂ ਦੇ ਕੀਤੇ ਆ। ਸਰਦਾਰ ਜੀ 600 ਤੋਂ ਉੱਪਰ ਫਰੀਦਕੋਟ ਸ਼ਹਿਰ ਦਾ ਬੱਚੇ ਨੂੰ ਨੌਕਰੀ ਦਿੱਤੀ ਹੈ, 400 ਕੁਛ ਤਾਂ ਮਿਊਨਿਸਪਲ ਕਮੇਟੀ ਵਿੱਚ ਜੀ, ਠੀਕ ਹੈ, ਮਨਰੇਗਾ ਵਿੱਚ ਸਟੈਨੋਟਾਈਪਿਸਟ ਜਿਹਨੇ, ਤੇ ਕੋਈ ਬੰਦਾ ਉਂਗਲ ਖੜੀ ਕਰਕੇ ਦੱਸੇ ਕਿ ਕਿਸੇ ਤੋਂ 1 ਰੁਪਏ ਦੇ ਰਵਾਦਾਰ ਹੋਈ, ਚਾਹ ਦੇ ਕੱਪ ਵੀ ਰਵਾਦਾਰ ਹੋਈ। ਸੋ ਇਸ ਕਰਕੇ ਜ਼ਿੰਦਗੀ ਵਿੱਚ ਹਾਰਾਂ ਜਿੱਤਾਂ ਗੱਲ ਅੱਡ ਹੈ, ਪਰ ਇਹ ਨਹੀਂ ਹੈ ਕਿ ਕੋਈ ਬੰਦਾ ਇਹ ਕਹਿ ਦੇ ਕਿ ਕਿਸੇ ਤੋਂ ਕੰਮ ਲੋਕਾਂ ਦੇ ਕੀਤੇ ਆ, ਇੰਨਾ ਵਿਕਾਸ ਕੀਤਾ। ਕੋਈ ਬੰਦਾ ਕਹਦੇ ਕਿਸੇ ਤੋਂ ਚਾਹ ਦੇ ਰਵਾਦਾਰ ਹੋਈਏ, ਕਿਸੇ ਤੋਂ ਕਿਸੇ ਗੱਡੀ 'ਚ ਤੇਲ ਪਵਾਇਆ ਹੋਵੇ, ਕਿਸੇ ਦੀ ਗੱਡੀ 'ਚ ਬੈਠੇ ਹੋਈਏ, ਕਿਸੇ ਤੋਂ ਕਦੀ ਕਿਸੇ ਨੂੰ ਮੋਬਾਈਲ ਆਪਦਾ, ਪੈਸੇ ਆਪਦੇ, ਗੱਡੀ ਆਪਦੀ, ਤੇਲ ਆਪਦਾ, ਸਭ ਕੁਝ ਆਪਦਾ, ਠੀਕ ਹੈ, ਤੇ ਦੱਬ ਕੇ ਲੋਕਾਂ ਦਾ ਵਿਕਾਸ ਕੀਤਾ, ਲੋਕਾਂ ਦੇ ਕੰਮ ਕੀਤੇ ਹੈ। ਤੁਹਾਨੂੰ ਕੀ ਲੱਗਦਾ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਣਾ ਚਾਹੀਦਾ? ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ, ਸੁਨੀਲ ਜਾਖੜ, ਕੌਣ? ਦੇਖੋ, ਇਹ ਜਿਹੜਾ ਹੱਕ ਹੈ ਇਹ ਗੱਲ ਕਹਿਣ ਦਾ, ਜਾਂ ਇਹ ਜਿਹੜਾ ਫੈਸਲਾ ਕਰਨ ਦਾ ਹੱਕ ਹੈ ਹਾਈ ਕਮਾਂਡ ਨੂੰ ਜੀ। ਇਹ ਮੇਰਾ ਇਹ ਫਰਜ਼ ਨਹੀਂ ਕਿ ਮੈਂ ਇਹ ਗੱਲ ਕਰਾਂ, ਪਰ ਹਾਈ ਕਮਾਂਡ ਹੈ ਉਹ ਪੰਜਾਬ ਦੇ ਲੋਕਾਂ ਦੀ ਭਾਵਨਾ ਨੂੰ ਜਾਣਦੀ ਹੈ। ਸੋ ਮੈਂ ਸਮਝਦਾ ਉਹ ਸਹੀ ਫੈਸਲਾ ਕਰਨਗੇ, ਪਰ ਮੈਂ ਇਹਦੇ ਵਿੱਚ, ਕਿਉਂਕਿ ਦੇਖੋ ਮੇਰੇ ਸਤਿਕਾਰਯੋਗ ਲੀਡਰ ਸਾਰੇ ਜੀ, ਸਾਰਿਆਂ ਕੋਲ ਆਪਦਾ ਰੋਲ ਹੈ, ਬੜਾ ਤਕੜਾ ਰੋਲ ਹੈ। ਇੱਕ CM ਨੇ ਚੰਨੀ ਸਾਹਿਬ, ਸਿੱਧੂ ਸਾਹਿਬ ਪ੍ਰਧਾਨ ਨੇ ਪਾਰਟੀ ਦੇ, ਜਾਖੜ ਸਾਹਿਬ ਕੰਪੇਨ ਕਮੇਟੀ ਦੇ ਚੇਅਰਮੈਨ, ਤਿੰਨੋਂ ਸਕਰੀਨਿੰਗ ਕਮੇਟੀ ਦੇ ਮੈਂਬਰ ਨੇ। ਸੋ ਇਸ ਕਰਕੇ ਜੋ ਟਿਕਟਾਂ ਮਿਲਣੀਆਂ ਸਾਰਿਆਂ ਦੀ ਸਹਿਮਤੀ ਨਾਲ ਮਿਲਣੀਆਂ। ਸੋ ਇਸ ਕਰਕੇ ਮੈਂ ਸਮਝਦਾ, ਦੇਖੋ ਕਾਂਗਰਸ ਪਾਰਟੀ 'ਚ ਇੰਟਰਨਲ ਡੈਮੋਕ੍ਰੇਸੀ,
ਲੋਕ ਕਹਿਣਗੇ ਜੀ ਫਲਾਣਾ ਬੋਲਦਾ, ਉਹ ਦੂਜੀ ਪਾਰਟੀ ਦੇ ਬੋਲਣ ਹੀ ਨਹੀਂ ਦਿੰਦੇ, ਸਾਹ ਘੁੱਟ ਕੇ ਰੱਖਦੇ ਆ। ਨਾ ਕੇਜਰੀਵਾਲ, ਹੁਣ ਕੇਜਰੀਵਾਲ ਹੋਰਾਂ ਨੇ ਕੀ ਕੀਤਾ, ਹੁਣ ਕਿ ਸਾਰੇ ਪੰਜਾਬ 'ਚ ਪੋਸਟਰ ਲੱਗੇ ਹੋਏ ਆ। ਇੱਕ ਮੌਕਾ ਕੇਜਰੀਵਾਲ ਨੂੰ, ਭਾਈ ਸਾਹਿਬ ਕੇਜਰੀਵਾਲ ਨੇ ਮੁੱਖ ਮੰਤਰੀ ਬਣਨਾ, ਸਿੱਧਾ ਹੋ ਕੇ ਆਵੇ ਕਿ ਮੈਂ ਬਣਨਾ, ਬਈ ਮੈਨੂੰ ਮੌਕਾ ਦਿਓ। ਸਾਰੇ ਪੰਜਾਬ 'ਚ ਇੱਥੇ ਫਰੀਦਕੋਟ ਲੱਗਿਆ, ਦੇਖ ਲਓ ਜਾ ਕੇ। ਇੱਕ ਮੌਕਾ ਕੇਜਰੀਵਾਲ ਨੂੰ, ਕੀ ਮਤਲਬ ਹੈ ਜੀ ਇਹਦਾ? ਪਰ ਉਹ ਤਾਂ ਕਹਿੰਦੇ ਅਸੀਂ ਅਨਾਉਂਸ ਕਰ ਰਹੇ ਹਾਂ, ਕਾਂਗਰਸ ਅਨਾਉਂਸ ਕਰੇ। ਮੇਰੀ ਇੱਕ ਬੇਨਤੀ ਹੈ, ਇਹ ਵੀ ਸਭ ਡਰਾਮੇਬਾਜ਼ੀ ਹੈ, ਇਹ ਵੀ ਸਭ ਡਰਾਮੇਬਾਜ਼ੀ ਹੈ। ਔਰ ਰਾਜੇਵਾਲ ਸਾਹਿਬ ਦੱਸੀ ਤਾਂ ਜਾਂਦੇ ਸਾਰਾ ਕੁਝ, ਕਿਵੇਂ ਉਹਨਾਂ ਨਾਲ ਧੋਖਾ ਕੀਤਾ ਕਿ ਜੀ ਉਹਨਾਂ ਨੇ ਅਨਾਉਂਸ ਕਰ ਦੇਣਾ। ਮੇਰੀ ਇੱਕ ਬੇਨਤੀ ਹੈ ਜੀ, ਹੁਣ ਮਰੇ ਅੱਖ ਚੱਪਣਗੇ, ਕਿਉਂਕਿ ਕੇਜਰੀਵਾਲ ਨੂੰ ਪਤਾ ਕਿ ਮੇਰੇ ਮੂੰਹ ਨੂੰ ਵੀ ਵੋਟ ਨਹੀਂ ਮਿਲਣੀ, ਪਰ ਪੰਜਾਬ ਦੇ ਲੋਕ ਦੇਖਣਗੇ ਕਿ ਜਿਹੜਾ ਉਹ ਚਿਹਰਾ ਦਿੰਦੇ ਆ ਉਹ ਕਿੰਨਾ ਕੁ ਰਿਸਪੌਂਸਿਬਲ ਚਿਹਰਾ ਹੈ। ਕੀ ਪੰਜਾਬ ਇੱਕ ਬਾਰਡਰ ਸਟੇਟ ਹੈ, ਕੀ ਉਹ ਚਿਹਰਾ ਪੰਜਾਬ ਨੂੰ ਚਲਾ ਸਕੇਗਾ ਕਿ ਨਹੀਂ ਚਲਾ ਸਕੇਗਾ? ਕੀ ਉਸ ਚਿਹਰੇ ਦਾ ਕੀ ਪਿਛੋਕੜ ਹੈ? ਇਹ ਪੰਜਾਬ ਦੇ ਲੋਕ ਸਭ ਕੁਝ ਦੇਖਣਗੇ। ਪੰਜਾਬ ਦੇ ਲੋਕ ਐਡੇ ਅਣਜਾਣ ਨਹੀਂ ਕਿ ਐਵੇਂ ਕਿਸੇ ਅਣਜਾਣ ਦੇ ਹੱਥ 'ਚ ਫੜਾ ਦੇਣਗੇ ਚਾਬੀਆਂ। ਸੋ ਇਸ ਕਰਕੇ ਮੇਰੀ ਇੱਕ ਬੇਨਤੀ ਹੈ, ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਕਿ ਮੇਰੇ ਵਿਰੋਧੀਆਂ ਨੂੰ ਇੱਕ ਗੱਲ ਜ਼ਰੂਰ ਪੁੱਛੋ ਜੀ, ਫਰੀਦਕੋਟ ਵਾਲਿਆਂ ਨੂੰ, ਕਿ ਯਾਰ ਕਿੱਕੀ ਦਾ ਬਹੁਤ ਮਾੜਾ ਵਿਕਾਸ ਵੀ ਕਰਤਾ, ਉਹ ਤਾਂ ਲੋਕ ਦੇਖਦੇ ਆ ਮੇਰਾ ਕੀਤਾ ਕੰਮ। ਤੁਸੀਂ ਤਾਂ ਦੱਸੋ ਤੁਹਾਡਾ ਕੀ ਵਿਜ਼ਨ ਹੈ, ਤੁਸੀਂ ਫਰੀਦਕੋਟ ਵਾਸਤੇ ਕੀ ਕਰੋਗੇ ਤੇ ਅੱਗੇ ਕੀ ਕੀਤਾ 10 ਸਾਲ 'ਚ? ਮੈਂ ਅਕਾਲੀ ਦਲ ਵਾਲਿਆਂ ਨੂੰ ਪੁੱਛਣਾ ਚਾਹੁੰਦਾ ਕਿ 10 ਸਾਲ 'ਚ ਕੀ ਕੀਤਾ ਤੇ ਕੀ ਕਰੋਗੇ, ਉਹਦੇ ਬਾਰੇ ਦੱਸੋ ਲੋਕਾਂ ਨੂੰ। ਕਿਉਂਕਿ ਜੀ ਮੇਰਾ ਲਾਸਟ ਸਵਾਲ ਆ, ਮੈਂ ਇੱਕ ਮਿੰਟ ਆਪ ਦਾ ਵੀ ਜਿਹੜਾ ਕੈਂਡੀਡੇਟ ਹੈ ਮੈਂ ਉਹਨੂੰ ਵੀ ਪੁੱਛਣਾ ਚਾਹੁੰਦਾ, ਮੇਰੇ ਵੀਰ ਨੂੰ, ਕਿ ਕਿੱਕੀ ਢਿੱਲੋਂ ਨੇ ਤਾਂ ਦੱਬ ਕੇ ਕੰਮ ਕਰਤੇ ਜਿਹਨੇ ਕਰਨੇ ਸੀ। ਤੁਸੀਂ ਆਪ ਦਾ ਵਿਜ਼ਨ ਤਾਂ ਦੱਸੋ ਨਾ। ਇੱਕ ਐਮਐਲਏ ਲੜ ਰਹੇ ਹੋ, ਐਮਐਲਏ ਦਾ ਕੋਈ ਵਿਜ਼ਨ ਤਾਂ ਹੁੰਦਾ, ਫਰੀਦਕੋਟ ਪ੍ਰਤੀ ਕੋਈ ਭਾਵਨਾਵਾਂ ਤਾਂ ਹੁੰਦੀਆਂ। ਮੈਨੂੰ ਮੌਕਾ ਮਿਲੂ ਮੈਂ ਕੁਝ ਕਰੂੰ ਫਰੀਦਕੋਟ ਦਾ, ਕੁਝ ਦੱਸਣ ਦਾ ਸੀ। ਕੱਲਾ ਕਿੱਕੀ ਢਿੱਲੋਂ ਦਾ ਵਿਰੋਧ ਕਰਨਾ ਤਾਂ ਨਹੀਂ ਗੱਲ ਬਣਨੀ। ਤੁਸੀਂ ਇਹ ਮੰਨਦੇ ਹੋ ਵੀ ਤੁਸੀਂ ਇੱਕ ਪਾਸੜ ਮੁਕਾਬਲੇ 'ਚੋਂ ਜਿੱਤੋਗੇ? ਬਿਲਕੁਲ 100% ਮੈਂ ਸਮਝਦਾ ਬਾਬਾ ਫਰੀਦ ਨਗਰੀ ਦੇ ਲੋਕ ਤੇ ਫਰੀਦਕੋਟ ਇਲਾਕੇ ਦੇ ਲੋਕ, ਉਹ ਕਦੀ ਵੀ ਜਿੰਨੇ ਕੰਮ ਮੈਂ ਕੀਤੇ ਆ ਆਪਦੇ ਦਿਲ ਤੇ ਹੱਥ ਰੱਖ ਕੇ ਇਹ ਮਨ 'ਚ ਸੋਚ ਕੇ ਵੋਟ ਪਾਉਣਗੇ ਕਿ ਵਾਕਈ ਕਿੱਕੀ ਨੇ ਹਰੇਕ ਦਾ ਕੰਮ ਕੀਤਾ, ਸਮੁੱਚੇ ਇਲਾਕੇ ਦਾ ਵਿਕਾਸ ਕੀਤਾ। ਤਾਂ ਮੈਂ ਸਮਝਦਾ ਮੇਰੇ ਕੰਮਾਂ ਨੂੰ ਵੋਟ ਪੈਣੀ ਹੈ, ਮੇਰੇ ਕੰਮਾਂ ਨੇ ਬੋਲਣਾ। ਤੁਹਾਡਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ? ਮੇਰਾ ਇਹਨਾਂ ਨਾਲ ਮੇਰਾ ਕੋਈ ਮੁਕਾਬਲਾ ਨਹੀਂ। ਮੇਰੀ ਸੋਚ ਆ ਫਰੀਦਕੋਟ ਦੇ ਡਿਵੈਲਪਮੈਂਟ ਦੀ, ਇਹਨਾਂ ਦੀ ਸੋਚ ਆ ਕਿੱਕੀ ਦੇ ਪਜਾਮੇ ਨੂੰ ਹੱਥ ਪਾਉਣ ਦੀ। ਆਮ ਆਦਮੀ ਪਾਰਟੀ ਵਾਲੇ ਕਹਿੰਦੇ ਜਿੱਦਣ ਮੁੱਖ ਮੰਤਰੀ ਕੈਂਡੀਡੇਟ ਅਨਾਉਂਸ ਹੋ ਗਿਆ 10-10 ਹਜ਼ਾਰ ਵੋਟ ਵੱਧ ਜਾਣਗੇ। ਬਾਈ ਜੀ ਮੇਰੀ ਇੱਕ ਬੇਨਤੀ ਹੈ ਜੀ ਆਮ ਆਦਮੀ ਵਾਲਿਆਂ ਨੂੰ ਕਿ ਦੇਖੋ ਜਿੰਨੇ ਹੁਣ ਉਹਨਾਂ ਕੋਲ ਚਿਹਰੇ ਆ, ਉਹਨਾਂ 'ਚੋਂ ਕੋਈ ਅਨਾਉਂਸ ਕਰਨਾ ਤਾਂ ਘੱਟ ਭਾਵੇਂ ਜਾਵੇ, ਵੱਧ ਹੀ ਨਹੀਂ। ਭਗਵੰਤ ਸਿੰਘ ਮਾਨ, ਚਲੋ ਮੈਂ ਕਿਸੇ ਬਾਰੇ ਪਰਸਨਲ ਨਹੀਂ, ਮੇਰਾ ਦੋਸਤ ਆ, ਮੈਂ ਕਿਸੇ ਬਾਰੇ ਪਰਸਨਲ ਨਹੀਂ ਕਹਿਣਾ ਚਾਹੁੰਦਾ। ਮੈਂ ਜਿੰਨੇ ਚਿਹਰੇ ਕਹਿ ਰਹੇ, ਪਤਾ ਨਹੀਂ ਉਹਨਾਂ ਨੇ ਕਿਹਨੂੰ ਲਾਉਣਾ, ਮੈਨੂੰ ਤਾਂ ਪਤਾ ਨਹੀਂ, ਪਰ ਮੈਂ ਸਾਰੀ ਗੱਲ ਕਰ ਰਿਹਾ ਕਿ ਜਿੰਨੇ ਚਿਹਰੇ ਆ ਉਹਨਾਂ ਨੂੰ ਤਾਂ ਚੀਫ ਮਿਨਿਸਟਰ ਦਾ ਲਾਉਣ ਦਾ ਵੋਟ ਨਹੀਂ ਵਧਣੀ, ਘਟਣੀ ਹੈ ਜਿੰਨੇ ਆ। ਜੇ ਬਾਈ ਕਿਤੋਂ ਇੰਪੋਰਟ ਕਰ ਲੈਣਗੇ ਜਾਂ ਕਿਤੋਂ ਕੋਈ ਕੇਜਰੀਵਾਲ ਸਾਹਿਬ ਕੋਈ ਹੋਰ ਕੋਈ ਨਵਾਂ ਚਿਹਰਾ ਦੇ ਦੇਣ, ਪਤਾ ਨਹੀਂ ਕੀ ਕਰਨਗੇ। ਪਰ ਦੱਸਾਂ ਗੱਲ ਇਹ ਹੈ, ਇਹ ਬਾਰਡਰ ਸਟੇਟ ਹੈ, ਪੰਜਾਬ ਦੀਆਂ ਆਪਦੀਆਂ ਪ੍ਰੋਬਲਮਸ ਹੈ। ਪੰਜਾਬ ਨੂੰ ਇੱਕ ਸਟੇਬਲ ਸਰਕਾਰ ਚਾਹੀਦੀ ਹੈ। ਪੰਜਾਬ ਦੇ ਲੋਕ ਇੱਕ ਨੈਸ਼ਨਲ ਪਾਰਟੀ ਮਗਰ ਜਾਣਗੇ ਤਾਂ ਕਿ ਇੱਕ ਸਟੇਬਲ ਸਰਕਾਰ ਬਾਰਡਰ ਸਟੇਟ ਮਿਲ ਸਕੇ। ਠੀਕ ਹੈ, ਪੰਜਾਬ ਹਰੇਕ ਵਰਗ ਦਾ ਵਿਕਾਸ ਹੋ ਸਕੇ। ਕਾਂਗਰਸ ਪਾਰਟੀ ਹਰੇਕ ਵਰਗ ਨੂੰ ਰਿਪਰੈਜ਼ੈਂਟ ਕਰਦੀ ਹੈ। ਤੁਸੀਂ ਦੇਖੋ ਸਾਡੇ ਲੀਡਰ, ਕਦੀ ਕਿਸੇ ਨੇ ਦਲਿਤ ਨੂੰ ਮੌਕਾ ਨਹੀਂ ਦਿੱਤਾ। ਚੀਫ ਮਿਨਿਸਟਰ ਚੰਨੀ ਸਾਹਿਬ, ਸਿੱਧੂ ਸਾਹਿਬ ਜੱਟ ਸਿੱਖ, ਜਾਖੜ ਸਾਹਿਬ ਹਿੰਦੂ ਪਰਿਵਾਰ ਤੋਂ। ਕਾਂਗਰਸ ਪਾਰਟੀ ਇਜ਼ ਅ ਫੇਸਟ ਆਫ ਸੈਕੂਲਰਿਜ਼ਮ, ਹਰੇਕ ਵਰਗ ਨੂੰ ਰਿਪਰੈਜ਼ੈਂਟ ਕਰਦੀ ਹੈ ਤੇ ਹਰੇਕ ਵਰਗ ਨੂੰ ਅੱਗੇ ਲੈ ਕੇ ਜਾਂਦੀ ਹੈ, ਹਰੇਕ ਵਰਗ ਨੂੰ ਚੱਕਦੀ ਹੈ। ਹਰੇਕ ਵਰਗ ਇਸ ਪਾਰਟੀ ਨਾਲ ਸਿਕਿਉਰ ਹੈ। ਇਹ ਵੀ ਦੱਸ ਦਿਓ ਜਾਂਦੇ ਜਾਂਦੇ ਕਿੰਨੀਆਂ ਵੋਟਾਂ ਨਾਲ ਜਿੱਤੋਗੇ? 10,000 15,000? ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਜੋ ਮੈਂ ਫਰੀਦਕੋਟ ਲੋਕਾਂ ਦਾ ਮਨ ਦੇਖ ਰਿਹਾ ਜੀ, ਜੋ ਮੈਨੂੰ ਕਹਿ ਰਹੇ ਆ, ਮੈਂ ਸਮਝਦਾ ਮੇਰੀ ਜਿੱਤ ਪਿਛਲੇ ਨਾਲੋਂ ਵੀ ਵੱਡੀ ਹੋਊਗੀ। ਅੱਜ ਕੱਲ੍ਹ ਮੇਰੀ ਯਾਦ ਰੱਖ। ਸੋ ਇਸ ਕਰਕੇ ਲੋਕ ਮਿਹਰਬਾਨ ਨੇ ਤੇ ਫਰੀਦਕੋਟ ਦੇ ਲੋਕ ਹਮੇਸ਼ਾ ਜਿਹਨੇ ਇਹਨਾਂ ਦੇ ਕੰਮ ਕੀਤੇ ਹੈ, ਇਹਨਾਂ ਨੇ ਹਮੇਸ਼ਾ ਉੱਤੇ ਮਿਹਰਬਾਨੀ ਕੀਤੀ ਹੈ। ਸੋ ਮੈਨੂੰ ਪੂਰਨ ਆਸ ਹੈ ਕਿ ਮੇਰੇ ਕੀਤੇ ਹੋਏ ਕੰਮਾਂ ਦਾ ਮੁੱਲ ਮੋੜਨਗੇ ਜੀ। ਕਿੱਕੀ ਜੀ ਸਮਾਂ ਦਿੱਤਾ, ਧੰਨਵਾਦ ਜੀ। ਥੈਂਕ ਯੂ। ਸੋ ਇਹ ਸੀ ਐਮਐਲਏ ਫਰੀਦਕੋਟ ਕਿੱਕੀ ਢਿੱਲੋਂ। ਅੱਗੇ ਫਿਰ ਹਾਜ਼ਰ ਹੋਵਾਂਗੇ ਹੋਰ ਕਿਸੇ ਰਾਜਨੀਤਿਕ ਆਗੂ ਦੇ ਨਾਲ। ਹੁਣ ਆਪਣੇ ਦੋਸਤ ਰਤਨਦੀਪ ਸਿੰਘ ਧਾਲੀਵਾਲ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਆਰਐਮਬੀ ਟੈਲੀਵਿਜ਼ਨ। ਧੰਨਵਾਦ ਜੀ।